ਓਟ ਇੰਦਰ ਇੰਦਰਾਨ ਸ਼ਾਹੋ ਸ਼ਾਹਾਨ ਗਣਿਚੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾਹੋ। ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪੰਜਵਾ। ਘਨ ਹਰ ਬਰਸ ਸਗਲ ਜਗ ਛਾਇਆ, ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ। ਆਨੰਦ ਮੰਗਲ ਸੁਖ ਪਾਇਆ, ਘਨ ਹਰ ਬਰਸ ਸਗਲ ਜਗ ਛਾਇਆ। ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ, ਆਨੰਦ ਮੰਗਲ ਸੁਖ ਪਾਇਆ। ਰਹਾਉ ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ, ਪਾਰ ਬ੍ਰਹਮ ਮਨ ਧਿਆਇਆ। ਸਾਧ ਸੰਗ ਜਨਮ ਮਰਨ ਨਿਵਾਰੇ, ਬਹੁਰ ਨਾ ਕਤਹੁ ਧਾਇਆ। ਮਨ ਤਨ ਨਾਮ ਨਿਰੰਜਨ ਰਾਤੋ, ਚਰਨ ਕਮਲ ਲਿਵ ਲਾਇਆ। ਅੰਗੀਕਾਰ ਕੀਓ ਪ੍ਰਭ ਆਪਣੈ, ਨਾਨਕ ਦਾਸ ਸਰਣਾਇਆ। ਮਨ ਤਨ ਨਾਮ ਨਿਰੰਜਨ ਰਾਤੋ, ਚਰਨ ਕਮਲ ਲਿਵ ਲਾਇਆ। ਅੰਗੀਕਾਰ ਕੀਓ ਪ੍ਰਭ ਆਪਣੈ, ਨਾਨਕ ਦਾਸ ਸਰਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਬੁਲਾਓ ਸਾਰੇ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗ ਜੀਓ। ਆਪ ਜੀ ਵਡਭਾਗੇ ਹੋਂ, ਧੰਨਤਾ ਦੇ ਯੋਗ ਹੋਂ, ਜੋ ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਲਾਹੀ ਹਜ਼ੂਰੀ ਦੇ ਅੰਦਰ ਦਸਮੇਸ਼ ਪਿਤਾ ਧੰਨ ਕਲਗੀਧਰ ਪਿਤਾ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ। ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਦੀ ਅੰਮ੍ਰਿਤਮਈ ਰਸਨਾ ਤੋਂ ਅਕਾਲੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਦੇ ਲਈ ਆਪਣੇ ਮਨ ਚਿੱਤ ਨੂੰ ਗੁਰੂ ਚਰਨਾਂ ਵਿੱਚ ਜੋੜੀਏ।
ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਅੱਜ ਦਾ ਪਾਵਨ ਸ਼ਬਦ ਜੋ ਅਸੀਂ ਵਿਚਾਰਨਾ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1268 ਅੰਗ ਦੇ ਉੱਤੇ ਸੁਭਾਇਮਾਨ ਹੈ। ਮਲਾਰ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ ਹੈ। ਮਲਾਰ ਮਹੱਲਾ ਪੰਜਵਾ। ਮਲਾਰ ਰਾਗ ਦਾ ਨਾਮ ਹੈ ਜੀ। ਮਹੱਲਾ ਪੰਜਵਾਂ ਤੋਂ ਭਾਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਉਹਨਾਂ ਦੀ ਅੰਮ੍ਰਿਤਮਈ ਰਸਨਾ ਤੋਂ ਇਸ ਇਲਾਹੀ ਅੰਮ੍ਰਿਤਮਈ ਸ਼ਬਦ ਦੀ ਉਹਨਾਂ ਦੀ ਰਸਨਾ ਤੋਂ ਆਮਦ ਹੋਈ ਹੈ। ਘਨ ਹਰ ਬਰਸ ਸਗਲ ਜਗ ਛਾਇਆ। ਘਨ ਹਰ ਵਰਸ ਸਗਲ ਜਗ ਛਾਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇੱਥੇ ਜਿਹੜਾ ਘਨ ਹਰ ਸ਼ਬਦ ਵਰਤ ਰਹੇ ਨੇ, ਇਹ ਸ਼ਬਦ ਬੱਦਲ ਨੂੰ, ਘਨ ਹਰ ਬੱਦਲ ਨੂੰ ਕਹਿ ਦਿੰਦੇ ਆ। ਕਹਿੰਦੇ ਜਦੋਂ ਬੱਦਲ ਵਰਸਦਾ ਹੈ, ਸਾਰੇ ਪਾਸੇ ਜਗਤ ਦੇ ਵਿੱਚ ਜਿੱਥੇ ਜਿੱਥੇ ਤੱਕ ਬੱਦਲ ਹੁੰਦਾ ਹੈ, ਉੱਥੇ ਉੱਥੇ ਤੱਕ ਬੱਦਲ ਜਗਤ ਦੇ ਵਿੱਚ ਛਾ ਜਾਂਦਾ ਹੈ, ਛਾਂ ਵੀ ਕਰਦਾ ਹੈ, ਪਾਣੀ ਵੀ ਦਿੰਦਾ ਹੈ। ਇੱਕ ਬੱਦਲ ਦੀ ਤਸ਼ਬੀਹ ਦਿੰਦੇ ਆ, ਦ੍ਰਿਸ਼ਟਾਂਤ ਮਾਤਰ ਹੈ। ਪਰ ਬੱਦਲ ਦੀ ਇੱਕ ਕਮਜ਼ੋਰੀ ਵੀ ਹੁੰਦੀ ਹੈ। ਬੱਦਲ ਦੀ ਕਮਜ਼ੋਰੀ ਇਹ ਹੁੰਦੀ ਹੈ ਕਿ ਜਦੋਂ ਜਿੱਧਰਲੀ ਹਵਾ ਜਾਏ ਬੱਦਲ ਉੱਧਰ ਨੂੰ ਚਲਾ ਜਾਂਦਾ। ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ, ਕਾਹੂ ਦਸ਼ਾ ਕੀ ਪਵਨ ਬਾਦਰ ਕੈ ਬਰਖਾ ਹੁਐ। ਕਾਹੂ ਦਸ਼ਾ ਕੀ ਪਵਨ ਬਾਦਰ ਬਿਲਾਤ ਹੈ। ਕਿਸੇ ਪਾਸੇ ਤੋਂ ਹਵਾ ਆਵੇ ਤੇ ਬੱਦਲ ਵਰਖਾ ਕਰ ਦਿੰਦਾ, ਲੈ ਜਾਂਦੀ ਹੈ ਹਵਾ ਚੁੱਕ ਕੇ ਬੱਦਲ ਨੂੰ। ਦੂਜੇ ਪਾਸੇ ਜਿੱਧਰ ਬੱਦਲ ਨਾ ਹੋਏ ਉੱਥੇ ਬੱਦਲ ਪਹੁੰਚ ਜਾਂਦਾ ਹੈ, ਅਤੇ ਜਿੱਥੇ ਬੱਦਲ ਹੋਏ ਉੱਥੋਂ ਕਈ ਵਾਰੀ ਸੁੱਕਾ ਹੀ ਰਹਿ ਜਾਂਦਾ। ਪਰ ਇੱਥੇ ਜਿਸ ਬੱਦਲ ਦੀ ਗੱਲ ਗੁਰੂ ਜੀ ਕਰ ਰਹੇ, ਉੱਥੇ ਨਾਲ ਸਗਲ ਜਗ ਛਾਇਆ ਸ਼ਬਦ ਵਰਤਿਆ। ਇਹ ਵਿਸ਼ੇਸ਼ਤਾ ਵਾਲਾ ਸ਼ਬਦ ਹੈ। ਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਇੱਥੇ ਘਨ ਹਰ ਜਣੀ ਗੁਰੂ ਨੂੰ ਕਹਿ ਰਹੇ ਆ। ਕਹਿੰਦੇ ਗੁਰੂ ਇੱਕ ਬੱਦਲ ਦੀ ਤਰ੍ਹਾਂ ਗੁਰੂ ਦੇ ਅੰਦਰ ਕਿਰਪਾ ਰੂਪੀ ਜਲ ਭਰਿਆ ਹੋਇਆ ਹੈ, ਅਤੇ ਗੁਰੂ ਕਿਰਪਾ ਵਰਤਾ ਰਿਹਾ, ਵਰਸ ਰਿਹਾ, ਕਿਰਪਾ ਵਰਤਾ ਰਿਹਾ। ਸਗਲ ਜਗ ਛਾਇਆ, ਅਤੇ ਗੁਰੂ ਬੱਦਲ ਕਿਰਪਾ ਜਲ ਦੇ ਨਾਲ ਭਰਿਆ ਹੋਇਆ ਹੈ। ਗੁਰੂ ਦੇ ਵਿੱਚ ਇਹ ਵਡਿਆਈ ਹੈ ਕਿ ਗੁਰੂ ਨੂੰ ਕੋਈ ਬਦਲ ਨਹੀਂ ਸਕਦਾ, ਗੁਰੂ ਨੂੰ ਕੋਈ ਮੋੜ ਨਹੀਂ ਸਕਦਾ। ਗੁਰੂ ਅਮੋੜ ਹੈ। ਗੁਰੂ ਕੁੱਲ ਦੁਨੀਆ ਦੇ ਵਰਖਾ ਕਰ ਸਕਦਾ ਹੈ। ਗੁਰੂ 'ਚ ਸਮਰੱਥਾ ਹੈ। ਗੁਰੂ ਉਹਨਾਂ ਨੂੰ ਵੀ ਤਾਰ ਸਕਦਾ, ਸਾਧ ਸੰਗਤ ਜਿਨ੍ਹਾਂ ਨੂੰ ਆਦਮਖੋਰ ਕਿਹਾ ਜਾਂਦਾ ਹੈ। ਜਿੰਦੇ ਲੋਕਾਂ ਨੂੰ ਖਾਣ ਵਾਲੇ, ਲੋਕਾਂ ਨੂੰ ਤਲ ਤਲ ਕੇ ਖਾਣ ਵਾਲਿਆਂ ਨੂੰ ਵੀ ਗੁਰੂ ਬਦਲ ਕੇ ਕੌਡੇ ਰਾਖਸ਼ ਤੋਂ ਕੌਡਾ ਸੰਤ ਬਣਾਉਣ ਦੀ ਸਮਰੱਥਾ ਰੱਖਦਾ ਹੈ। ਗੁਰੂ 'ਚ ਤਾਕਤ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਘਨ ਹਰ ਬਰਸ ਸਗਲ ਜਗ ਛਾਇਆ। ਗੁਰੂ ਬੱਦਲ ਵਰਸਿਆ, ਸਾਰੀ ਜਗਤ ਵਿੱਚ ਛਾ ਗਿਆ। ਹਰ ਜਗ੍ਹਾ ਗੁਰੂ ਦਾ ਪ੍ਰਭਾਵ ਹੈ। ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ, ਆਨੰਦ ਮੰਗਲ ਸੁਖ ਪਾਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ, ਮੇਰੇ ਉੱਤੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਕਿਰਪਾਲੂ ਹਨ, ਉਹਨਾਂ ਨੇ ਕਿਰਪਾਲਤਾ ਕੀਤੀ। ਮੇਰੇ ਉੱਤੇ ਉਹਨਾਂ ਦੀ ਕਿਰਪਾ ਹੋਈ ਜਦੋਂ ਗੁਰੂ ਨੇ ਆਪਣੇ ਉਪਦੇਸ਼ ਰੂਪੀ ਵਰਖਾ ਮੇਰੇ ਉੱਤੇ ਕੀਤੀ, ਅਤੇ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਹੋਈ। ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ,
ਤੇ ਉਹਦੇ ਨਾਲ ਆਨੰਦ ਮੰਗਲ ਸੁਖ ਪਾਇਆ। ਉਹਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ, ਮੰਗਲ ਖੁਸ਼ੀ ਪੈਦਾ ਹੋ ਗਈ, ਸੁਖ ਪ੍ਰਾਪਤ ਹੋ ਗਿਆ। ਸਾਧ ਸੰਗਤ, ਇਹ ਉਦੋਂ ਹੋਇਆ ਜਦੋਂ ਮੇਰੇ ਉੱਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਉਸ ਤੋਂ ਪਹਿਲਾਂ, ਕਿਰਪਾ ਤੋਂ ਪਹਿਲਾਂ ਜਿੰਨੇ ਆਨੰਦ ਨੇ, ਜਿੰਨੇ ਲੱਗਦੇ ਆਨੰਦ ਦੁੱਖ ਰੂਪ ਹੀ ਹਨ। ਜਿੰਨੇ ਮੰਗਲ ਅਸੀਂ ਲੱਗਦਾ ਵੀ ਬੜੇ ਮੰਗਲ ਹੈ, ਬੜੇ ਚਾਅ ਨੇ, ਖੇੜੇ ਨੇ, ਪਰ ਉਹ ਬਾਅਦ ਵਿੱਚ ਦੁੱਖ ਰੂਪ ਹੀ ਪੈਦਾ ਹੁੰਦੇ ਹਨ। ਪਰ ਜਦੋਂ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਅਸਲ ਜੀਵਨ ਵਿੱਚ ਆਨੰਦ, ਅਸਲ ਜੀਵਨ ਦੇ ਵਿੱਚ ਮੰਗਲ, ਖੁਸ਼ੀ ਅਤੇ ਸੁੱਖ ਫੇਰ ਹੀ ਹੁੰਦਾ ਹੈ ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਨੇ, ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ। ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮਹਾਰਾਜ ਜੀ ਕਹਿੰਦੇ ਫਿਰ ਕਲੇਸ਼ ਵੀ ਮਿਟ ਜਾਂਦੇ ਆ। ਕਲੇਸ਼ ਕੀ ਹੁੰਦੇ ਆ? ਇੱਕ ਤਾਂ ਛੋਟੇ ਛੋਟੇ ਜਿਹੇ ਕਲੇਸ਼ ਜਿਹੜੇ ਅਸੀਂ ਸਹੇੜੇ ਹੋਏ ਆ ਬੇਵਜ੍ਹਾ ਤੋਂ ਹੀ, ਇੱਕ ਤਾਂ ਇਹ ਕਲੇਸ਼ ਹੁੰਦੇ ਆ। ਅਸਲ ਜਦੋਂ ਕਲੇਸ਼ਾਂ ਨੂੰ ਪੜ੍ਹਾਂਗੇ, ਕਲੇਸ਼ 5 ਤਰ੍ਹਾਂ ਦੇ ਕਲੇਸ਼ ਮੰਨੇ ਆ ਵਿਦਵਾਨਾਂ ਨੇ, ਜਿਹੜੇ ਅਸਲ ਮੇਨ ਵੱਡੇ ਕਲੇਸ਼ ਹੈ। ਉਹਨਾਂ ਦੇ ਵਿੱਚੋਂ ਇੱਕ ਹੈ ਅਵਿਦਿਆ, ਇੱਕ ਹੈ ਅਸਮਤਾ, ਦੂਜਾ ਅਵਿਦਿਆ, ਅਸਮਤਾ, ਅਵਨਵੇਸ਼ ਤੀਜਾ, ਚੌਥਾ ਰਾਗ ਔਰ ਪੰਜਵਾਂ ਦਵੇਸ਼। ਇਹ 5 ਵੱਡੇ ਕਲੇਸ਼ ਨੇ। ਇਹਨਾਂ ਦੇ ਵਿੱਚ ਬਾਕੀ ਦੁਨੀਆ ਦੇ ਸਾਰੇ ਜਿੰਨੇ ਕਲੇਸ਼ ਨੇ ਉਹ ਅੰਤਰਭਾਵ ਨੇ। ਅੰਤਰਭਾਵ ਉਹਨੂੰ ਕਹਿੰਦੇ ਆ ਕਿ ਉਹਨਾਂ ਦੇ ਵਿੱਚ ਹੀ ਆ ਜਾਣਾ। ਜਿੰਨਾ ਚਿਰ ਇਹ 5 ਨੇ ਉਹਨਾਂ ਸਮਾਂ ਬਾਕੀ ਸਾਰੇ ਆ। ਅਵਿਦਿਆ ਕਹਿੰਦੇ ਆ ਆਪਣੇ ਸਰੂਪ ਨੂੰ ਨਾ ਜਾਣਨਾ। ਸਭ ਤੋਂ ਵੱਡਾ ਕਲੇਸ਼ ਇਹੀ ਹੈ ਜੀਵ ਦਾ। ਸਾਰੇ ਕਲੇਸ਼ ਇੱਥੋਂ ਹੀ ਸ਼ੁਰੂ ਹੁੰਦੇ ਆ, ਆਪਣੇ ਨਿੱਜੀ ਸਰੂਪ ਨੂੰ ਭੁੱਲ ਜਾਣਾ। ਜਿਹਨੂੰ ਮਹਾਰਾਜ ਜੀ ਬਾਣੀ 'ਚ ਕਹਿੰਦੇ ਸੁਨ ਹੋ ਰੇ ਤੂੰ ਕੌਣ, ਕਹਾਂ ਤੇ ਆਇਆ। ਤੈਨੂੰ ਦੇਖਣਾ ਪਏਗਾ ਤੂੰ ਕੌਣ ਹੈ, ਕਿੱਥੋਂ ਆਇਆ ਹੈ। ਅਵਿਦਿਆ ਜੀਵ ਨੂੰ, ਜਿਹੜੀ ਜੀਵ ਮਾਤਰ ਨੂੰ ਹੋਵੇ ਉਹਨੂੰ ਅਵਿਦਿਆ ਕਹਿ ਦਿੰਦੇ ਆ। ਜਿਹਨੂੰ ਵਿਅਸ਼ਟੀ ਰੂਪ ਵਿੱਚ ਸ਼ਾਸਤਰਕਾਰਾਂ ਨੇ ਵਿਅਸ਼ਟੀ ਅਵਿਦਿਆ ਕਰਕੇ ਲਿਖਿਆ ਹੈ। ਵਿਦਾਂਤ ਮਤ ਨੂੰ ਜਦੋਂ ਪੜ੍ਹਾਂਗੇ, ਜਦੋਂ ਕੁੱਲ ਦੁਨੀਆ ਦੀ ਗੱਲ ਕਰਾਂਗੇ, ਸਾਰੀ ਦੁਨੀਆ, ਤੇ ਉੱਥੇ ਅਵਿਦਿਆ ਨਹੀਂ, ਉੱਥੇ ਅਗਿਆਨ ਸ਼ਬਦ ਵਰਤਿਆ ਜਾਏਗਾ। ਕਿਉਂ? ਕਿਉਂਕਿ ਉਹ ਵਿਅਸ਼ਟੀ ਰੂਪ ਨਹੀਂ, ਉਹ ਸਮਸ਼ਟੀ ਰੂਪ ਵਿੱਚ ਹੈ। ਜਿਵੇਂ ਇੱਕ ਰੁੱਖ ਨੂੰ ਰੁੱਖ ਕਹਾਂਗੇ, ਬਹੁਤ ਸਾਰੇ ਰੁੱਖਾਂ ਦਾ ਝੁੰਡ ਹੋਏ, ਉਹਨੂੰ ਜੰਗਲ ਕਹਿ ਦੇਵਾਂਗੇ, ਬਨ ਕਹਿ ਦਿੰਦੇ ਹਾਂ। ਇੱਦਾਂ ਜਿਹੜੀ ਇਕੱਲੇ ਜੀਵ ਨੂੰ ਜਿਸ ਨੇ ਜਕੜਿਆ ਉਹਨੂੰ ਅਵਿਦਿਆ, ਜੋ ਕੁੱਲ ਦੁਨੀਆ ਨੂੰ ਵਿਆਪ ਰਿਹਾ ਹੈ ਉਹਨੂੰ ਅਗਿਆਨ ਸ਼ਬਦ ਨਾਲ ਸੰਬੋਧਨ ਵਿਦਵਾਨ ਜਨ ਕਰਦੇ ਹਨ। ਅਵਿਦਿਆ ਦਾ ਪਹਿਲਾ ਕੰਮ ਇਹੀ ਹੈ, ਆਪਣੇ ਆਪੇ ਨੂੰ ਨਾ ਜਾਣਨਾ, ਆਪਣੇ ਸਰੂਪ ਨੂੰ ਭੁੱਲ ਜਾਣਾ। ਅਵਿਦਿਆ। ਅਸਮਤਾ, ਅਸਮਤਾ ਹੁੰਦੀ ਸਾਧ ਸੰਗਤ ਜੀ ਜੋ ਚੰਚਲਤਾ ਹੁੰਦੀ ਹੈ। ਅਵਨਵੇਸ਼ ਹੁੰਦਾ ਕਠੋਰਪਨ, ਗੁਰੂ ਦੀ ਗੱਲ ਵੀ ਨਾ ਮੰਨਣੀ, ਬਸ ਆਪਣੀ ਮਨਮਤ ਜੀ ਨੂੰ ਅੱਗੇ ਲਿਜਾਈ ਜਾਣਾ। ਰਾਗ ਹੁੰਦਾ ਕਿਸੇ ਨਾਲ ਮੋਹ ਹੋਣਾ, ਜ਼ਿਆਦਾ ਹੀ ਬੇਵਜ੍ਹਾ ਹੀ, ਭਾਵੇਂ ਔਗੁਣਾਂ ਦਾ ਹੀ ਭਰਿਆ ਕਿਉਂ ਨਾ ਹੋਵੇ, ਗਲਤੀ ਕਿਉਂ ਨਾ ਦਿਸੀ ਜਾਣ ਤਾਂ ਵੀ ਉਹਦੀਆਂ ਗਲਤੀਆਂ ਨੂੰ ਵੀ ਗਲਤੀਆਂ ਨਾ ਮੰਨਣਾ, ਇਹ ਰਾਗ ਮੋਹ ਵਿੱਚ ਹੁੰਦਾ। ਇਹ ਦੁਆਇਸ਼ ਹੁੰਦੀ ਈਰਖਾ। ਈਰਖਾ ਕਿਸੇ ਨੂੰ ਗੁਣ 'ਚ ਵੱਡਾ ਦੇਖਣਾ, ਉਦੋਂ ਈਰਖਾ ਹੁੰਦੀ। ਕਿਸੇ ਨੂੰ ਧਨ 'ਚ ਵੱਡਾ ਵੇਖਣਾ, ਉਦੋਂ ਈਰਖਾ ਹੋਣੀ। ਇਹ ਈਰਖਾ ਹੈ। ਇਹਦੇ ਲਈ ਕਰੁਣਾ, ਮੈਤਰੀ, ਮੁੱਦਤਾ, ਉਪੇਖਿਆ ਅਤੇ ਆਦਿਕ ਸਾਧਨ ਵਿਦਵਾਨਾਂ ਨੇ ਦੱਸੇ ਹਨ। ਜਿਸ ਵੇਲੇ ਪੜ੍ਹਾਂਗੇ, ਇੱਕ ਗ੍ਰੰਥ ਹੈ, ਬਹੁਤ ਪਿਆਰਾ ਗ੍ਰੰਥ ਹੈ, ਉਹਦੇ ਵਿੱਚ ਇਹ ਵਿਚਾਰ ਬਹੁਤ ਗਹਿਰੀ ਚੱਲਦੀ ਹੈ। ਪ੍ਰਬੋਧ ਚੰਦਰ ਨਾਟਕ ਉਸ ਗ੍ਰੰਥ ਦਾ ਨਾਮ ਹੈ। ਉਹਦੇ ਵਿੱਚ ਫਿਰ ਇਹ ਆਪਸ ਵਿੱਚ ਜਿਹੜੇ ਇਹ ਵਿਸ਼ੇ, ਇੱਕ ਪਾਸੇ ਮੋਹ ਦੀ ਫੌਜ ਹੈ, ਸੈਨਾ, ਮੋਹ ਦੇ ਨਾਲ ਨੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਰਾਜ ਹੈ, ਹੰਕਾਰ ਹੈ। ਇਹਦੇ ਨਾਲ ਨਿੰਦਿਆ ਹੈ, ਬਖੀਲੀ ਹੈ, ਅਵਿਦਿਆ, ਅਸਮਤਾ, ਅਵਨਵੇਸ਼, ਰਾਗ, ਦੁਆਇਸ਼ ਨੇ, ਇਹ ਨੇ। ਦੂਜੇ ਪਾਸੇ ਵਿਵੇਕ ਰਾਜ ਹੈ। ਵਿਵੇਕ ਦੇ ਨਾਲ
ਪ੍ਰੇਮ ਹੈ, ਉਹਦੇ ਨਾਲ ਮੈਤਰੀ ਹੈ, ਮੁੱਦਤਾ ਹੈ, ਉਪੇਖਿਆ ਹੈ, ਕਰੁਣਾ ਹੈ, ਦਇਆ ਹੈ, ਜਿੰਨੇ ਸ਼ੁਭ ਗੁਣ ਹਨ ਉਹਦੇ ਨਾਲ ਹਨ। ਫਿਰ ਉਹਨਾਂ ਦੀ ਆਪਸ ਵਿੱਚ ਟੱਕਰ ਚੱਲਦੀ ਹੈ। ਇਹ ਹਰ ਗੁਰਸਿੱਖ ਦੇ ਅੰਦਰ ਇਹ ਗੱਲ ਦੀ ਸਮਝ ਹੋਣੀ ਚਾਹੀਦੀ। ਜਦੋਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਦਸਮ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਵਚਨ ਬੜਾ ਪਿਆਰਾ ਹੁੰਦਾ ਹੈ। ਉਹਦੇ ਵਿੱਚ ਆਉਂਦਾ ਕਿ ਇੱਕ ਦਿਨ ਆਤਮਾ ਨੇ ਬੁੱਧੀ ਨੂੰ ਸਵਾਲ ਕੀਤਾ। ਇੱਕ ਦਿਨ ਸ਼੍ਰੀ ਆਤਮਾ ਬੁੱਧ ਸਿਉ ਉਚਰਿਓ ਬੈਨ। ਬੁੱਧੀ ਨੂੰ ਆਤਮਾ ਨੇ ਬਚਨ ਕੀਤਾ, ਕਹਿੰਦੇ ਬੁੱਧੀਏ ਇਹ ਦੱਸ ਤੈਨੂੰ ਸੱਤਾ, ਤੈਨੂੰ ਤਾਕਤ ਕਿੱਥੋਂ ਆਉਂਦੀ ਹੈ? ਬੁੱਧੀ ਕਹਿਣ ਲੱਗੀ, ਕਹਿੰਦੀ ਮੈਨੂੰ ਨਹੀਂ ਪਤਾ, ਮੈਂ ਬਾਹਰ ਦੀਆਂ ਚੀਜ਼ਾਂ ਨੂੰ ਤਾਂ ਦੇਖ ਸਕਦੀ ਹਾਂ, ਦੂਜੇ ਦਾ ਅੰਦਾਜ਼ਾ ਤਾਂ ਲਾਈ ਜਾਂਦੀ ਹਾਂ, ਪਰ ਆਪਣਾ ਨਹੀਂ ਮੈਨੂੰ ਪਤਾ ਲੱਗਦਾ, ਆਪਣੇ ਅੰਦਰ ਨਹੀਂ ਮੈਨੂੰ ਪਤਾ, ਮੈਨੂੰ ਕਿੱਥੋਂ ਸੱਤਾ ਆਉਂਦੀ। ਆਤਮਾ ਨੇ ਆਖਿਆ, ਕਹਿਣ ਲੱਗੀ ਇਹੀ ਤੇਰੀ ਕਮਜ਼ੋਰੀ ਹੈ, ਪਰ ਇਹ ਤੇਰੀ ਸਿਆਣਪ ਵੀ ਹੈ। ਤੂੰ ਇਸ ਗੱਲ ਨੂੰ ਜਾਣ ਸਮਝ ਲਿਆ ਕਿ ਮੈਨੂੰ ਪਤਾ ਨਹੀਂ। ਆਮ ਕਰਕੇ ਬੁੱਧੀ ਹੈ ਜਿਹੜੀ ਉਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੈਨੂੰ ਕੁਝ ਪਤਾ ਨਹੀਂ। ਬੁੱਧੀ ਜੀਵੀਆਂ ਦੀ ਝਗੜੇ ਜ਼ਿਆਦਾ ਪਾਏ ਹੋਏ ਨੇ। ਆਤਮਦਰਸ਼ੀ ਤਤਬੇਤੇ ਕਿੱਥੇ ਝਗੜੇ ਪਾਉਂਦੇ ਹਨ। 100 ਸਿਆਣਿਆਂ ਦੀ ਇੱਕੋ ਹੀ ਮੱਤ ਹੁੰਦੀ ਹੈ, ਮੂਰਖਾਂ ਦੀ ਆਪੋ ਆਪਣੀ ਹੁੰਦੀ ਹੈ। ਤਾਂ ਇਹ ਸਾਧ ਸੰਗਤ ਜੀ ਸਭ ਕਲੇਸ਼ ਹਨ। ਮਹਾਰਾਜ ਜੀ ਸੱਚੇ ਪਾਤਸ਼ਾਹ ਸਮਝਾ ਰਹੇ, ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ। ਜਦੋਂ ਪਾਰ ਬ੍ਰਹਮ ਮਨ ਧਿਆਇਆ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਧਿਆਨ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਵਾਹਿਗੁਰੂ ਦੇ ਨਾਲ ਜੁੜਾਂਗੇ, ਸਿਮਰਨ ਵਿੱਚ ਆਪਣੀ ਸੁਰਤ ਨੂੰ ਜੋੜਾਂਗੇ, ਬੈਠਾਂਗੇ ਆਪਣੇ ਘਰ ਜਿੱਥੇ ਕਿਤੇ ਵੀ ਸਮਾਂ ਲੱਗੇ, ਵਾਹਿਗੁਰੂ 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 ਕਰਾਂਗੇ, ਪਾਰ ਬ੍ਰਹਮ ਵਾਹਿਗੁਰੂ ਨੂੰ ਧਿਆਵਾਂਗੇ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਹਿੰਦੇ ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ। ਫਿਰ ਤ੍ਰਿਸ਼ਨਾ ਬੁਝ ਜਾਂਦੀ ਹੈ। ਤ੍ਰਿਸ਼ਨਾ ਜਿਹੜੀ, ਤ੍ਰਿਸ਼ਨਾ ਸ਼ਬਦ ਹੀ 2 ਸ਼ਬਦਾਂ ਤੋਂ ਜੁੜ ਕੇ ਬਣਿਆ ਹੈ, ਤ੍ਰਿਸ਼ ਪਲਸ ਨਾ। ਤ੍ਰਿਸ਼ ਕਹਿ ਦਿੰਦੇ ਆ ਰੱਜਣ ਨੂੰ, ਅਤੇ ਨਾ ਕਹਿੰਦੇ ਆ ਜਿੱਥੇ ਨਾ ਰੱਜ ਹੋਵੇ, ਜਿੱਥੇ ਪਿਆਸ ਬੁਝੇ ਹੀ ਨਾ, ਪਰੇ ਪਰੇ ਕੋ ਲੂਝੀ ਹੈ, ਉਹਨੂੰ ਤ੍ਰਿਸ਼ਨਾ ਕਹਿੰਦੇ ਆ। ਭਰੇ ਹੀ ਨਾ ਜਿਹੜਾ ਢਿੱਡ। ਮਹਾਰਾਜ ਕਹਿੰਦੇ ਹਨ, ਪਰ ਜਦੋਂ ਪਰਮਾਤਮਾ ਦਾ ਨਾਮ ਜਪਦੇ ਹਾਂ ਉਸ ਵੇਲੇ ਤ੍ਰਿਸ਼ਨਾ ਬੁਝਦੀ ਹੈ। ਉਸ ਤੋਂ ਉਰੇ ਕਿਤੇ ਤ੍ਰਿਸ਼ਨਾ ਬੁਝਦੀ ਨਹੀਂ, ਕਿਉਂਕਿ ਤ੍ਰਿਸ਼ਨਾ ਐਸਾ ਭਾਂਡਾ ਹੈ ਜਿਹਦੇ ਤਲਾ ਹੈ ਹੀ ਨਹੀਂ। ਬਸ ਜਿੰਨਾ ਮਰਜ਼ੀ ਇਹ 'ਚ ਸਮੁੰਦਰ ਉਲੀਚ ਦਿਓ ਤਾਂ ਵੀ ਖਾਲੀ ਦਾ ਖਾਲੀ ਹੈ। ਸਾਧ ਸੰਗ ਜਨਮ ਮਰਨ ਨਿਵਾਰੇ, ਬਹੁਰ ਨ ਕਤਹੁ ਧਾਇਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸਮਝਾ ਰਹੇ, ਕਹਿੰਦੇ ਸਾਧ ਸੰਗ ਜਨਮ ਮਰਨ ਨਿਵਾਰੇ। ਜਦੋਂ ਸਾਧ ਸੰਗਤ ਵਿੱਚ ਜੀਵ ਜਾਂਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਦਾ ਇਹ ਅਸਰ ਹੈ, ਮਹਾਰਾਜ ਜੀ ਕਹਿੰਦੇ ਜਨਮ ਮਰਨ ਨਿਵਾਰੇ। ਫਿਰ ਜਿਹੜਾ ਜਨਮ ਅਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ, ਜੰਮ ਜਾਣਾ, ਮਰ ਜਾਣਾ, ਇਹ ਬਹੁਤ ਵੱਡਾ ਦੁੱਖ ਮੰਨਿਆ ਸਾਡੇ ਲਈ। ਸਾਨੂੰ ਜਦੋਂ ਅਸੀਂ ਜਨਮੇ ਹਾਂ, ਜਨਮੇ ਦੀ ਪੀੜਾ ਸਾਨੂੰ ਯਾਦ ਨਹੀਂ ਹੈ। ਮਰਨ ਵਾਲੀ ਪੀੜਾ ਹਜੇ ਅਸੀਂ ਅਨੁਭਵ ਵਿੱਚ ਨਹੀਂ ਹੈ। ਜਦੋਂ ਮਰਾਂਗੇ ਉਦੋਂ ਜਾਣਾਂਗੇ। ਪਰ ਗੁਰਬਾਣੀ ਕਹਿੰਦੀ ਹੈ ਵੀ ਇਹ ਬਹੁਤ ਵੱਡਾ ਦੁੱਖ ਹੈ ਜਨਮ ਮਰਨ ਦਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਜਨਮ ਮਰਨ ਅਰ ਗਰਭ ਬਸੇਰਾ। ਗੁਰੂ ਸਾਹਿਬ ਨੇ ਇਹਨੂੰ ਬਹੁਤ ਵੱਡਾ ਦੁੱਖ ਦੱਸਿਆ। ਗਰਭ ਦੇ ਵਿੱਚ ਵਾਸਾ ਪਾਉਣਾ, ਮੁੜ ਫਿਰ ਜੰਮਣਾ ਅਤੇ ਫਿਰ ਮੁੜ ਮਰ ਜਾਣਾ। ਅਤੇ ਗੁਰੂ ਅਰਜਨ ਦੇਵ ਜੀ ਇੱਥੇ ਸਾਧ ਸੰਗ ਜਨਮ ਮਰਨ ਨਿਵਾਰੇ, ਉਸ ਜਨਮ ਅਤੇ ਮਰਨ ਦਾ ਇਲਾਜ ਦੱਸ ਰਹੇ ਆ ਵੀ ਉਹ ਕਿਵੇਂ ਛੁਟਕਾਰਾ ਹੁੰਦਾ ਜਨਮ ਮਰਨ ਤੋਂ। ਉਹ ਕੀ ਆ? ਸਾਧ ਸੰਗ। ਸਾਧ ਗੁਰਮੁਖਾਂ ਦੀ ਜਿਹੜੀ ਸੰਗਤ ਹੈ ਉਹੀ ਜਨਮ ਮਰਨ ਤੋਂ ਨਿਵਾਰਾ, ਛੁਟਕਾਰਾ ਕਰਾਉਂਦੀ ਹੈ। ਉਹ ਤੋਂ ਉਰੇ ਕਿਤੇ ਗੱਲ ਨਹੀਂ ਬਣਦੀ। ਬਹੁਰ ਨਾ ਕਤਹੁ ਧਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਕਹਿੰਦੇ ਮੁੜ ਕੇ ਜਦੋਂ ਕਿਤੇ ਗੁਰਮੁਖਾਂ ਦੀ ਸੰਗਤ ਹੋ ਜਾਏ ਅਤੇ ਫਿਰ ਮੁੜ ਕੇ
ਤਾਇਆ ਜਾਣੀ ਭਟਕਣਾ ਮੁੜ ਕੇ ਨਹੀਂ ਹੁੰਦੀ ਵੀ ਭਟਕਣਾ ਪੈਂਦਾ, ਉਹਨੂੰ ਧੌਣਾ ਪੈਂਦਾ, ਭੱਜਣਾ ਪੈਂਦਾ, ਨੱਠਣਾ ਪੈਂਦਾ। ਜਨਮ ਮਰਨ ਵਿੱਚ ਧੱਕਿਆ ਨਹੀਂ ਜਾਂਦਾ ਉਹਨੂੰ ਮੁੜ ਮੁੜ ਕੇ, ਫਿਰ ਉਹਨੂੰ ਕੱਢ ਲਿਆ ਜਾਂਦਾ ਹੈ। ਉਹ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ, ਮੁਕਤ ਹੋ ਜਾਂਦੇ ਆ ਉਹ ਪੁਰਸ਼। ਪਰ ਇਹ ਬਰਕਤ ਸਾਧ ਸੰਗ ਜਿਹੜੀ ਗੁਰੂ ਦੀ ਸੰਗਤ ਦੀ ਬਰਕਤ ਹੈ। ਗੁਰਸੰਗਤ, ਜਦੋਂ ਗੁਰਸੰਗਤ ਵਿੱਚ ਆਵਾਂਗੇ, ਗੁਰੂ ਦੇ ਬਖਸ਼ਿਆਂ ਦੀ ਸੰਗਤ ਕਰਾਂਗੇ, ਗੁਰੂ ਪਿਆਰ ਵਿੱਚ ਭਿੱਜੇ ਗੁਰਮੁਖਾਂ ਦੀ ਸੰਗਤ ਵਿੱਚ ਰਵਾਂਗੇ, ਤਾਂ ਸਾਧ ਸੰਗਤ ਫਿਰ ਜਨਮ ਮਰਨ ਤੋਂ ਛੁਟਕਾਰਾ ਹੁੰਦਾ ਹੈ। ਮਨ ਤਨ ਨਾਮ ਨਿਰੰਜਨ ਰਾਤੋ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਮਨ ਤਨ ਨਾਮ ਨਿਰੰਜਨ ਰਾਤੋ। ਜਦੋਂ ਜੀਵ ਦਾ ਮਨ, ਜੀਵ ਦਾ ਤਨ ਨਿਰੰਜਨ ਪਰਮਾਤਮਾ ਵਿੱਚ ਰਾਤੋ ਜਣੀ ਰੰਗਿਆ ਗਿਆ। ਸੌਖਾ ਨਹੀਂ ਹੈ ਕੰਮ ਇਹ, ਇਹਦੇ ਉੱਤੇ ਮਿਹਨਤ ਲੱਗਦੀ ਹੈ। ਸਭ ਤੋਂ ਵੱਧ ਮਿਹਨਤ ਆਪਣੇ ਆਪ ਨੂੰ ਬਦਲਣ 'ਤੇ ਲੱਗਦੀ ਹੈ। ਦੂਜੇ ਨੂੰ ਕਹਿਣਾ ਸੌਖਾ ਹੈ, ਦੂਜੇ ਵਾਰੀ ਗੱਲ ਕਰਨੀ ਬਹੁਤ ਸੌਖੀ ਹੈ। ਜਦੋਂ ਆਪਣੇ ਨਾਲ ਹੁੰਦੀ ਉੱਥੇ ਸਿਚੁਏਸ਼ਨ ਕੁਛ ਹੋਰ ਹੁੰਦੀ ਹੈ। ਹੁਣ ਦੂਜੇ ਨੂੰ ਕਹਿ ਦਿੱਤਾ ਜਾਂਦਾ, ਮਨ ਸਾਂਭ ਕੇ ਰੱਖ, ਤਨ ਸਾਂਭ ਕੇ ਰੱਖ। ਬੰਦੇ ਨੂੰ ਪਤਾ ਹੀ ਨਹੀਂ ਆਪਣੇ ਮਨ ਦਾ, ਬੰਦੇ ਨੂੰ ਪਤਾ ਹੀ ਨਹੀਂ ਮੇਰੇ ਤਨ ਦਾ, ਅਤੇ ਫਿਰ ਉਹਨੇ ਰੰਗਣਾ ਕਿੱਥੇ ਹੈ। ਇਹਦੇ ਲਈ ਸਾਧ ਸੰਗਤ ਜੀ ਸਮਦਮ ਸਾਧਨਾ ਬੜੀ ਲਾਜ਼ਮੀ ਹੈ। ਪਹਿਲਾਂ ਆਪਣੇ ਇੰਦਰੀਆਂ ਨੂੰ, ਸਰੀਰ ਨੂੰ ਦੇਖਣਾ ਬੜਾ ਲਾਜ਼ਮੀ ਹੈ। ਮੇਰਾ ਸਰੀਰ ਕਿੱਥੇ ਹੈ, ਕਿਵੇਂ ਹੈ, ਕਿਸ ਤਰੀਕੇ ਨਾਲ ਮੈਂ ਵਿਚਰਦਾ ਹਾਂ, ਮੇਰਾ ਬੈਠਣਾ ਕਿੱਦਾਂ ਦਾ ਹੈ, ਮੇਰਾ ਉੱਠਣਾ ਕਿੱਦਾਂ ਦਾ ਹੈ, ਮੇਰਾ ਬੋਲਣਾ ਕਿੱਦਾਂ ਦਾ ਹੈ, ਮੇਰਾ ਤੁਰਨਾ ਕਿੱਦਾਂ ਦਾ ਹੈ, ਮੇਰਾ ਦੇਖਣਾ ਕਿੱਦਾਂ ਦਾ ਹੈ। ਇਹ ਸਰੀਰਕ ਕਿਰਿਆ ਹੈ। ਸਰੀਰਕ ਵੇਸ਼ ਬਹੁਤ ਲਾਜ਼ਮੀ ਹੈ। ਤਦੇ ਕਲਗੀਧਰ ਮਹਾਰਾਜ ਨੇ ਸਾਨੂੰ ਇਕੱਲਾ ਇਹ ਨਹੀਂ ਆਖਿਆ ਵੀ ਤੂੰ ਆਤਮਿਕ ਤੌਰ 'ਤੇ ਬਲਵਾਨ ਹੋਵੇਂ, ਉੱਥੇ ਇਹ ਵੀ ਆਖਿਆ ਤੂੰ ਸਰੀਰਕ ਤੌਰ 'ਤੇ ਵੀ ਤੇਰੀ ਸ਼ੁੱਧੀ ਹੋਵੇ। ਇਹ ਨਾ ਹੋਵੇ ਤੂੰ ਅੰਦਰੋਂ ਸ਼ੇਰ ਹੋਵੇਂ ਅਤੇ ਬਾਹਰੋਂ ਗਿੱਦੜ ਵਾਲੀ ਖੱਲ ਪਾਈ ਫਿਰੇ, ਗਧੇ ਵਾਲੀ ਖੱਲ ਪਾਈ ਫਿਰੇ। ਪਰ ਦੂਜਾ ਇਹ ਵੀ ਪੱਖ ਹੈ, ਇਹ ਵੀ ਨਾ ਹੋਵੇ ਅੰਦਰੋਂ ਗਧਾ ਹੋਵੇਂ ਅਤੇ ਬਾਹਰੋਂ ਸ਼ੇਰ ਵਾਲੀ ਖੱਲ ਪਾਈ ਫਿਰੇ, ਫਿਰ ਵੀ ਤੇਰਾ ਨੁਕਸਾਨ ਹੈ। ਉਦਾਹਰਣ ਬੜੀ ਸਪਸ਼ਟ ਹੈ। ਭਾਈ ਉਦੈ ਸਿੰਘ ਨੂੰ ਜਦੋਂ ਕਿਤੇ ਇੱਕ ਸ਼ੇਰ ਨੇ ਭਾਈ ਉਦੈ ਸਿੰਘ 'ਤੇ ਹਮਲਾ ਕੀਤਾ, ਆਗਮਪੁਰ ਦੀ ਗੱਲ ਹੈ, ਅਨੰਦਪੁਰ ਸਾਹਿਬ ਦੇ ਨੇੜੇ ਹੀ ਹੈ, ਇੱਧਰ ਜੰਗਲ ਵਿੱਚ। ਭਾਈ ਉਦੈ ਸਿੰਘ ਤੋਂ 'ਤੇ ਹਮਲਾ ਕੀਤਾ ਸ਼ੇਰ ਨੇ, ਸ਼ੇਰ ਮਾਰਿਆ ਗਿਆ ਗੁਰੂ ਕੇ ਬੱਬਰ ਸ਼ੇਰ ਤੋਂ। ਉਹਦੀ ਖੱਲ ਲਾ ਕੇ ਗਧੇ ਦੇ ਉੱਤੇ ਪਾਈ, ਅਤੇ ਗੁਰੂ ਜੀ ਨੇ ਦ੍ਰਿਸ਼ਟਾਂਤ ਦਿਖਾਇਆ ਵੀ ਸੀ ਵੀ ਦੇਖੋ, ਗਧੇ ਨੂੰ ਦੇਖ ਕੇ ਲੋਕ ਸ਼ੇਰ ਸਮਝ ਕੇ ਡਰਦੇ ਹੈ, ਪਰ ਅੰਦਰੋਂ ਗਧਾ ਸੀ ਅਤੇ ਡਾਂਗਾਂ ਪਈਆਂ। ਫਿਰ ਇੱਦਾਂ ਹੀ ਜੇ ਖੱਲ ਸ਼ੇਰ ਦੀ ਹੈ ਅਤੇ ਗੁਣ ਸ਼ੇਰ ਦੇ ਹੋਣੇ ਚਾਹੀਦੇ। ਫਿਰ ਦੂਜਾ ਪੱਖ ਇਹ ਵੀ ਹੈ, ਜੇ ਸ਼ੇਰ ਹੋਵੇ ਉਹ 'ਤੇ ਖੱਲ ਵੀ ਗਧੇ ਵਾਲੀ ਨਹੀਂ ਚਾਹੀਦੀ, ਉਹ ਸ਼ੇਰ ਵਾਲੀ ਹੋ ਚਾਹੀਦੀ ਹੈ। ਇਸ ਤਰੀਕੇ ਮਨ ਤਨ, ਜਿਹੜਾ ਤਨ ਹੈ ਇਹ ਸਾਡਾ ਸਾਧ ਸੰਗਤ ਜੀ ਇਹ ਖੱਲ ਹੈ, ਇਹ ਬਾਹਰੀ ਪਹਿਰਾਵਾ ਹੈ। ਔਰ ਮਨ ਹੈ ਜਿਹੜਾ ਇਹਦੇ ਅੰਦਰਲੇ ਗੁਣਾਂ ਦਾ ਸਮੁਦਾਇ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ, ਮਨ ਤਨ ਨਾਮ ਨਿਰੰਜਨ ਰਾਤੋ। ਗੁਰਮੁਖਾਂ ਦਾ ਮਨ ਵੀ ਅਤੇ ਗੁਰਮੁਖਾਂ ਦਾ ਤਨ ਵੀ, ਸਰੀਰ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਤਿਆ ਹੈ, ਰੰਗਿਆ ਹੈ, ਉਹਦੇ ਨਾਲ ਜੁੜਿਆ ਹੈ। ਚਰਨ ਕਮਲ ਲਿਵ ਲਾਇਆ। ਉਹ ਗੁਰਮੁਖਾਂ ਨੇ, ਵਡਭਾਗਿਆਂ ਨੇ ਵਾਹਿਗੁਰੂ ਜੀ ਦੇ ਸੋਹਣੇ ਚਰਨਾਂ ਦੇ ਨਾਲ, ਕਮਲ ਦੇ ਨਾਲ ਤਸ਼ਬੀਹ ਦਿੱਤੀ ਹੈ। ਕਮਲ ਹੈ ਜਿਹੜਾ ਕੋਮਲ ਹੁੰਦਾ ਹੈ, ਨਿਰਲੇਪ ਹੁੰਦਾ ਹੈ। ਵਾਹਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਨਾਲ ਲਿਵ ਲੱਗ ਗਈ ਗੁਰੂ ਦੇ ਸ਼ਬਦ ਦੇ ਨਾਲ। ਜਦੋਂ ਜਿਸ ਦੀ ਲਿਵ ਲੱਗ ਜਾਏ, ਸੁਰਤ ਜੁੜ ਜਾਏ, ਮਹਾਰਾਜ ਕਹਿੰਦੇ ਫਿਰ ਉਹਦਾ ਮਨ ਵੀ, ਉਹਦਾ ਤਨ ਵੀ ਨਿਰੰਜਨ ਨਾਲ ਰੰਗਿਆ ਜਾਂਦਾ ਹੈ। ਅੰਗੀਕਾਰ ਕੀਓ ਪ੍ਰਭ ਆਪਣੈ, ਨਾਨਕ ਦਾਸ ਸਰਨਾਇਆ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਅੰਗੀਕਾਰ ਕੀਓ ਪ੍ਰਭ ਆਪਣਾ। ਅੰਗੀਕਾਰ ਕਹਿੰਦੇ ਨੇ ਪੱਖ ਨੂੰ। ਆਪਣੇ ਪ੍ਰਭੂ ਨੇ, ਪਰਮਾਤਮਾ ਨੇ ਐਸੇ ਗੁਰਮੁਖਾਂ ਦਾ ਪੱਖ ਕੀਤਾ, ਉਹਨਾਂ ਦੇ ਨਾਲ ਖੜਿਆ। ਪੂਰੀ ਦੁਨੀਆ ਦੂਜੇ ਪਾਸੇ ਹੋ ਜਾਏ, ਪਰ ਉਹ ਗੁਰਮੁਖਾਂ ਦੇ ਨਾਲ ਰੱਬ ਹੁੰਦਾ ਹੈ, ਪਰਮਾਤਮਾ ਹੁੰਦਾ ਹੈ।
ਨਾਨਕ ਦਾਸ ਸਰਣ ਆਇਆ। ਗੁਰੂ ਜੀ ਕਹਿੰਦੇ ਕਿਉਂ? ਕਿਉਂਕਿ ਉਹ ਦਾਸ ਹੈ ਨਾ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਹਿੰਦੇ ਦਾਸ ਸਰਣ ਆਇਆ। ਦਾਸ ਹੈ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਜੋ ਹੁੰਦਾ ਹੈ, ਸ਼ਰਨ ਵਿੱਚ ਜਿਹੜਾ ਚਲਾ ਜਾਏ ਫਿਰ ਉਹਦੀ ਰੱਖਿਆ ਕਰਦਾ ਹੈ। ਇਹ ਖਾਲਸੇ ਦਾ ਵੀ ਬਿਰਦ ਹੈ ਸਾਧ ਸੰਗਤ, ਗੁਰੂ ਦਾ ਵੀ ਬਿਰਦ ਹੈ, ਪਰਮਾਤਮਾ ਦਾ ਵੀ ਇਹ ਸੁਭਾਅ ਹੈ। ਬਿਰਦ ਹਿੰਦੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੁੰਦਾ ਸੁਭਾਅ। ਪਰਮਾਤਮਾ ਵਾਹਿਗੁਰੂ ਜੀ ਦਾ ਇਹ ਸੁਭਾਅ ਹੈ ਕਿ ਜਿਹੜਾ ਵੀ ਉਹਦੀ ਸ਼ਰਨ ਆਵੇ, ਉਹਦੇ ਨਾਲ ਲਿਵ ਲਾਵੇ, ਉਹਦੇ ਨੇੜੇ ਹੁੰਦਾ ਹੈ, ਉਹਨੂੰ ਫਿਰ ਤਮਾਮ ਕਲਯੁਗ ਦੀਆਂ ਅਲਾਮਤਾਂ ਤੋਂ, ਬੁਰਾਈਆਂ ਤੋਂ ਬਚਾ ਲੈਂਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਮਲਾਰ ਮਹੱਲਾ ਪੰਜਵਾ। ਮਲਾਰ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਅਗਲੇ ਸ਼ਬਦ ਵਿੱਚ ਕਹਿ ਰਹੇ ਨੇ, ਵਿਛੁਰਤ ਕਿਉਂ ਜੀਵੇ ਓਏ ਜੀਵਨ। ਵਿਛੁਰਤ ਕਿਉਂ ਜੀਵੇ ਓਏ ਜੀਵਨ। ਪਰਮਾਤਮਾ ਤੋਂ ਵਿਛੜਿਆ ਹੋਇਆ ਜੀਵ, ਐ ਜੀਵ ਤੂੰ ਪਰਮਾਤਮਾ ਤੋਂ ਵਿਛੜ ਕੇ ਕਿਉਂ ਜਿਉ ਰਿਹਾ ਹੈ? ਜਦੋਂ ਇਹ ਜੀਵਨ ਵਿੱਚ ਮਿਲਣ ਦੀ ਸੰਭਾਵਨਾ ਹੈ, ਮਿਲ ਸਕਦਾ ਹੈ, ਤੇ ਕਿਉਂ ਉਹ ਤੋਂ ਵਿਛੜ ਰਿਹਾ? ਇਹ ਵਿਛੋੜਾ ਕੀ ਤੈਨੂੰ ਪ੍ਰਤੀਤ ਨਹੀਂ ਹੋ ਰਿਹਾ? ਓਏ ਜੀਵਨ, ਤੇਰਾ ਜੀਵਨ ਕਾਹਦਾ ਜੀਵਨ ਹੈ ਜੇ ਤੂੰ ਪਰਮਾਤਮਾ ਦੇ ਨਾਮ ਤੋਂ ਹੀ ਵਿਛੜਿਆ ਹੈ? ਵਿਛੜਤ ਕਿਉਂ ਜੀਵੇ ਓਏ ਜੀਵਨ। ਉਹ ਜੀਵਨ ਕਿਸ ਤਰ੍ਹਾਂ ਦਾ ਹੈ? ਜਿੰਦਾ ਹੀ ਕਿਉਂ ਹੈ ਉਹ ਜੀਵ ਜਿਹੜਾ ਪਰਮਾਤਮਾ ਤੋਂ ਵਿਛੜਿਆ ਹੋਇਆ? ਫਿਰ ਜੇ ਹੈਰਾਨੀ ਹੋਏਗੀ ਜੇ ਇਸ ਗੱਲ ਨੂੰ ਦੇਖਾਂਗੇ ਤੇ ਲਗਭਗ 95% ਲਗਭਗ ਉਹਦੇ ਉੱਤੇ ਹੀ % ਨਿਕਲ ਜਾਣਗੇ ਜਿਹਦੇ ਵਿੱਚ ਲੋਕ ਪਰਮਾਤਮਾ ਤੋਂ ਵਿਛੜੇ ਹੋਏ ਹਨ। ਆਪਾਂ ਸਾਰੇ ਵਿਛੋੜੇ ਵਿੱਚ ਹੀ ਜੀ ਰਹੇ ਹਾਂ। ਦੁੱਖ ਇਸ ਗੱਲ ਦਾ ਵਿਛੋੜਾ ਪ੍ਰਤੀਤ ਵੀ ਨਹੀਂ ਹੋਇਆ। ਵਿਛੜਨਾ, ਵਿਛੜੇ ਤਾਂ ਹੋਈਆਂ, ਪਰ ਕਈ ਐਸੇ ਵੀ ਹੈ ਜਿਨ੍ਹਾਂ ਨੂੰ ਵਿਛੋੜੇ ਦੀ ਪ੍ਰਤੀਤੀ ਹੋ ਗਈ, ਪਤਾ ਲੱਗ ਗਿਆ ਵਿਛੜਿਆ ਹੋਇਆ ਮਿਲਣਾ ਪਏਗਾ, ਉਹਨਾਂ ਦੀ ਕੋਈ ਆਸ ਵੀ ਹੈ। ਪਰ ਜਿਹੜਿਆਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ, ਵਿਛੜੇ ਹੋਏ ਆ, ਵਿਛੋੜੇ ਦਾ ਵੀ ਨਹੀਂ ਪਤਾ, ਉਹਨਾਂ ਦਾ ਫਿਰ ਕੀ ਬਣੇਗਾ? ਉਹਨਾਂ ਦਾ ਜੀਵਨ ਕੈਸਾ ਤੇ ਕੀ ਜ਼ਿੰਦਗੀ ਹੋਏਗੀ? ਵਿਛੋੜਾ ਤੇ ਜਿਨ੍ਹਾਂ ਨੂੰ ਪਿਆ ਉਹ ਵੀ ਕਹਿੰਦੇ ਸਹਾਰ ਨਹੀਂ ਹੁੰਦਾ। ਰਵਿਦਾਸ ਜੀ ਤੇ ਕਹਿੰਦੇ ਵੀ ਪੂਰਾ ਜਨਮ ਲੇਖੇ ਲਾਉਣ ਨੂੰ ਤਿਆਰ ਬੈਠਾ ਮੈਂ, ਅੱਜ ਦਾ ਨਹੀਂ ਬੜੇ ਜਨਮਾਂ ਦਾ ਵਿਛੜਿਆ, ਹੁਣ ਤੇਰੀ ਆਸ ਵਿੱਚ ਆ, ਬੜਾ ਲੰਮਾ ਸਮਾਂ ਹੋ ਗਿਆ, ਹੁਣ ਦਰਸ਼ਨ ਦੇ ਦੇ। ਕਹਿੰਦੇ ਆ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਗੁਰੂ ਅਰਜਨ ਦੇਵ ਜੀ ਹੁਣ ਕਹਿੰਦੇ ਨੇ, ਕਹਿੰਦੇ ਵਿਛੁਰਤ ਕਿਉਂ ਜੀਵੇ ਓਏ ਜੀਵਨ। ਉਹ ਜੀਵਨ ਕਾਹਦਾ ਜਿਸ ਜੀਵਨ ਦੇ ਵਿੱਚ ਪਰਮਾਤਮਾ ਤੋਂ ਵਿਛੋੜਾ ਹੈ, ਔਰ ਵਿਛੋੜੇ ਦਾ ਪਤਾ ਵੀ ਨਹੀਂ ਲੱਗਿਆ ਮੈਂ ਵਿਛੜਿਆ ਹਾਂ। ਕਈਆਂ ਨੂੰ ਪਤਾ ਲੱਗ ਜਾਂਦਾ, ਫਿਰ ਉਹ ਆਵਾਜ਼ਾਂ ਮਾਰਦੇ ਆ, ਹੱਥ ਜੋੜਦੇ ਆ, ਦਰਵਾਜ਼ੇ 'ਤੇ ਖੜ੍ਹਦੇ ਆ, ਦਰ ਮਾਦੇ ਠਾਢੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ੍ਹ ਕਿਵਾੜ। ਉਹ ਬੇਨਤੀਆਂ ਕਰਦੇ ਆ ਕਿ ਹੇ ਵਾਹਿਗੁਰੂ, ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਅਜੇ ਸੋ ਰੱਬ ਨਾ ਬੌੜਿਆ। ਦੇਖ ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਇਹ ਦੋ ਨੈਣਾ ਨੂੰ ਨਾ ਛੂਹੋ, ਹਜੇ ਆਸ ਹੈ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੇ ਸੋ ਰੱਬ ਨਾ ਬੌੜਿਆ। ਦੇਖ ਬੰਦੇ ਕੇ ਭਾਗ। ਉਹਨਾਂ ਨੂੰ ਪਤਾ ਹੈ ਵੀ ਜ਼ਿੰਦਗੀ ਐਂ ਬੇਅਰਥ ਵਿਛੜ ਕੇ ਟੁੱਟੀ ਜਾ ਰਹੀ ਹੈ, ਪਰ ਜਿਹਦੇ ਅੰਦਰ ਵਿਛੋੜਾ ਪੈਦਾ ਹੀ ਨਹੀਂ ਹੋਇਆ, ਉਹ ਜੀਵਨ, ਉਹ ਲਾਹਣਤੀ ਜੀਵਨ ਹੈ। ਉਹ ਜੀਵਨ ਜੀਵਨ ਨਹੀਂ ਹੈ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਫਰੀਦ ਜੀ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੂ ਨਾ ਉਪਜੈ, ਸੋ ਤਨ ਜਾਣ ਮਸਾਣ। ਮਸਾਣ ਕਹਿੰਦੇ ਸ਼ਮਸ਼ਾਨ ਭੂਮੀ ਨੂੰ, ਕਹਿੰਦੇ ਉਹ ਸਰੀਰ ਕਾਹਦੇ ਨੇ, ਉਹ ਤੇ ਸ਼ਮਸ਼ਾਨ ਭੂਮੀਆਂ ਨੇ।
ਆਹ ਹਿਰਦੇ ਕਾਹਦੇ ਚੁੱਕੀ ਫਿਰਦੇ, ਸ਼ਮਸ਼ਾਨ ਭੂਮੀਆਂ ਚੁੱਕੀ ਫਿਰਦੇ ਆ। ਦਿਲ ਕਾਹਦੇ ਨੇ ਸਾਡੇ, ਦਿਲ ਨਹੀਂ ਹਨ, ਇਹ ਤਾਂ ਸ਼ਮਸ਼ਾਨ ਭੂਮੀਆਂ ਚੁੱਕੀ ਫਿਰਦੇ। ਕਿਉਂ? ਇਹਨਾਂ ਦੇ ਅੰਦਰ ਬਿਰਹਾ ਨਹੀਂ ਪੈਦਾ ਹੋਇਆ ਪਰਮਾਤਮਾ ਤੋਂ ਵਿਛੜਨ ਦਾ। ਵਿਯੋਗ ਦਾ ਅੰਦਰ ਜਿਹੜਾ ਦਰਦ ਪੈਦਾ ਹੋਣਾ ਵਸਲ ਦਾ, ਵਿਛੋੜੇ ਦਾ, ਉਹ ਹਜੇ ਪੈਦਾ ਨਹੀਂ ਹੋਇਆ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਕੀ ਜੀਵਨ ਹੋਇਆ, ਕਿੱਦਾਂ ਦਾ ਜੀਵਨ ਹੋਏਗਾ। ਵਿਛੁਰਤ ਕਿਉਂ ਜੀਵੇ ਹੋਏ ਜੀਵਨ, ਅਗਲੀ ਪੰਕਤੀ 'ਚ ਕਹਿੰਦੇ ਚਿਤ ਹੈ ਉਲਾਸ ਆਸ ਮਿਲਵੇ ਕੀ, ਚਰਨ ਕਮਲ ਰਸ ਪੀਵਨ। ਕਹਿੰਦੇ ਚਿਤ ਹੈ ਉਲਾਸ ਆਸ ਮਿਲਵੇ ਕੀ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਚਿੱਤ ਦੇ ਵਿੱਚ ਉਲਾਸ ਉਤਸ਼ਾਹ ਹੈ, ਉਤਸ਼ਾਹ ਹੈ, ਅਤੇ ਆਸ ਮਿਲਵੇ ਕੀ, ਨਾਲ ਮਿਲਣ ਦੀ ਆਸ ਵੀ ਹੈ। ਦੋਵੇਂ ਚੀਜ਼ਾਂ ਕੰਮ ਕਰਦੀਆਂ ਨੇ। ਉਤਸ਼ਾਹ, ਸ਼ੌਕ, ਉੱਦਮ ਵੀ ਚਾਹੀਦਾ ਅਤੇ ਮਿਲਣ ਦੀ ਆਸ ਵੀ ਹੈ। ਆਸ ਦੇ ਉੱਤੇ ਹੀ ਕੰਮ ਕਰਦਾ ਗੁਰੂ ਕਾ ਸਿੱਖ। ਉਮੀਦ ਵੀ ਬਖਸ਼ ਲਏਗਾ, ਉਮੀਦ ਵੱਡੀ ਹੈ। ਇਹ ਨਹੀਂ ਹੈ ਵੀ ਇੱਥੇ ਕੋਈ ਬੰਦਾ ਦਾਅਵਾ ਕਰ ਦੇਵੇ ਵੀ ਨਹੀਂ ਮੈਂ ਆਹ ਕਰਾਂਗਾ ਅਤੇ ਇੱਦਾਂ ਹੋਏ ਜਾਏਗਾ। ਨਾ ਨਾ ਨਾ, ਗੁਰਬਾਣੀ ਨੇ ਦਾਵਾ ਹੈ, ਕਬੀਰ ਦਾਵਾ ਹੈ, ਦਾਜਨ ਹੋਤ ਹੈ ਨਿਰਦਾਵਾ ਰਹਿ ਨਿਸੰਗ। ਇੱਥੇ ਦਾਵਾ ਨਹੀਂ। ਦਾਵਾ ਕਰਨ ਵਾਲੇ ਕਈ ਵਾਰ ਬਿਲਕੁਲ ਸੁੱਕੀ ਰਹਿ ਜਾਂਦੇ ਆ। ਇੱਥੇ ਤੇ ਆਖਿਆ ਜਾਏਗਾ ਉਹਦੀ ਮਰਜ਼ੀ ਹੈ, ਉਹਦੀ ਇੱਛਾ ਹੈ, ਉਹਦੇ ਤਰਸ 'ਤੇ ਹੈ, ਉਹ ਤਰਸ ਕਰੇ, ਉਹ ਰਹਿਮਤ ਕਰੇ ਤਾਂ ਮਿਲਾਪ ਹੈ। ਕੋਈ ਦਾਵਾ ਨਹੀਂ ਕਿ ਆਖੇ ਵੀ ਆਹ ਲੈ ਮੈਂ ਖਿੱਚਤੀ ਲੈਣ 100% ਇੱਥੋਂ ਦੀ ਉਹ ਵਗੂਗਾ। ਨਾ, ਉਹ ਮਰਜ਼ੀ ਦਾ ਮਾਲਕ ਹੈ। ਫਰੀਦਾ ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗਾਉਂ ਕਰੇ। ਉਹ ਆਪਣੀ ਮਰਜ਼ੀ ਦਾ ਮਾਲਕ ਹੈ। ਇਸ ਕਰਕੇ ਗੁਰੂ ਕਾ ਸਿੱਖ ਹਮੇਸ਼ਾ ਉਤਸ਼ਾਹ ਵਿੱਚ ਰਹਿੰਦਾ ਹੈ, ਉੱਦਮ ਵਿੱਚ ਰਹਿੰਦਾ ਹੈ, ਅਤੇ ਨਾਲ ਆਸ ਉਮੀਦ ਵਿੱਚ ਰਹਿੰਦਾ ਹੈ। ਉੱਦਮ ਇਸ ਤਰ੍ਹਾਂ ਦੇ ਕਰਦਾ ਹੈ ਕਿ ਉਹਨੂੰ ਭਾ ਜਾਏ ਇਸ ਤਰ੍ਹਾਂ ਦੇ ਕਾਰਜ ਕਰਨੇ, ਵੀ ਉਹਨੂੰ ਭਾ ਜਾਏ ਗੁਰੂ ਕਾ ਸਿੱਖ। ਅਤੇ ਨਾਲ ਆਸ ਵਿੱਚ ਰਹਿੰਦਾ ਵੀ ਆਸ ਹੈ ਮੈਨੂੰ ਸ਼ਾਇਦ ਸਾਡਾ ਨੰਬਰ ਲੱਗ ਜਾਏ। ਆਸ ਹੈ, ਉਮੀਦ ਜਿੰਦਾ ਰੱਖਦਾ ਹੈ ਆਪਣੇ ਹਿਰਦੇ ਦੇ ਅੰਦਰ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਤੇ ਚਿੱਤ ਦੇ ਵਿੱਚ ਉਤਸ਼ਾਹ ਹੈ, ਚਿੱਤ ਹੈ ਉਲਾਸ, ਆਸ ਮਿਲਵੇ ਕੀ, ਅਤੇ ਮਿਲਣ ਦੀ ਆਸ ਹੈ ਵੀ ਮਿਲ ਜਾਏਗਾ, ਹੋ ਜਾਏਗੀ ਕਿਰਪਾ। ਚਰਨ ਕਮਲ ਰਸ ਪੀਵਨ, ਮੇਰੇ ਮਨ ਦੇ ਵਿੱਚ ਉਲਾਸ ਉਤਸ਼ਾਹ ਹੈ, ਉਹਦੇ ਚਰਨਾਂ ਕਮਲਾਂ ਦੀ ਪ੍ਰੀਤੀ ਦਾ ਰਸ ਪ੍ਰਾਪਤ ਹੋ ਜਾਏ ਮੈਨੂੰ, ਉਹ ਪੀ ਲਵਾਂ ਮੈਂ ਰਸ। ਚਰਨਾਂ ਦਾ ਰਸ ਵੀ ਆਉਂਦਾ, ਜਿੱਥੇ ਦੁਨਿਆਵੀ ਰਸ ਨੇ ਉੱਥੇ ਜੁੜੇ ਹੋਇਆਂ ਨੂੰ ਉਹਦੇ ਮਿਲਾਪ ਦਾ ਰਸ ਵੀ ਹੁੰਦਾ ਹੈ। ਇਹ ਗੁਰੂ ਅਰਜਨ ਦੇਵ ਜੀ ਇੱਥੇ ਦੱਸ ਰਹੇ ਹੈ। ਜਿਹੜੇ ਗੁਰਮੁਖ ਉਹਦੇ ਨਾਲ ਜੁੜਦੇ ਆ ਉਹਨਾਂ ਨੂੰ ਇੱਕ ਆਤਮਿਕ ਰਸ ਵੀ ਪ੍ਰਾਪਤ ਹੁੰਦਾ ਹੈ। ਗੁਰੂ ਜੀ ਕਹਿੰਦੇ ਮੈਨੂੰ ਵੀ ਉਸ ਰਸ ਨੂੰ ਪੀਣ ਦੀ ਆਸ ਹੈ, ਵੀ ਹੋ ਸਕਦਾ ਮਿਲ ਜਾਏ, ਪਰਮਾਤਮਾ ਕਿਰਪਾ ਕਰੇ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਨੇ। ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਤਿਨ ਕੋ ਅੰਤਰ ਨਾਹੀ। ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਨਾਲ ਇਹ ਵੀ ਗੱਲ ਦੱਸ ਦਿੱਤੀ ਮਹਾਰਾਜ ਜੀ ਨੇ ਕਿ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਹੈ ਵਾਹਿਗੁਰੂ, ਹੈ ਪ੍ਰੀਤਮ ਪਿਆਰੇ ਜੀ, ਜਿਨ੍ਹਾਂ ਗੁਰਮੁਖਾਂ ਨੂੰ ਤੇਰੀ ਪਿਆਸ ਲੱਗ ਜਾਂਦੀ ਤੇਰੇ ਨਾਮ ਦੀ, ਬੜਭਾਗੀ ਉਹ ਹੈ। ਕੋਈ ਦੂਜੀ ਪਿਆਸ ਤਾਂ ਸਾਨੂੰ ਸਭ ਨੂੰ ਲੱਗਦੀ ਹੈ, ਪਰ ਪ੍ਰਮਾਤਮਾ ਦੇ ਨਾਮ ਦੀ ਪਿਆਸ ਕਿਸੇ ਵਿਰਲੇ ਨੂੰ ਹੈ। ਪਰ ਨਾਲੇ ਵੀ ਕਹਿ ਦਿੱਤਾ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਪਰ ਜਿਨ੍ਹਾਂ ਨੂੰ ਵੀ ਹੈ, ਭਾਵੇਂ ਇੱਕੇ ਬੰਦਾ ਹੋਵੇ ਲੱਖਾਂ 'ਚੋਂ ਹੀ, ਭਾਵੇਂ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਹੀ ਚੀਤ, ਕਰੋੜਾਂ 'ਚੋਂ ਹੀ ਇੱਕ ਹੋਵੇ ਜਿਹਦਾ ਉਹਦੇ ਨਾਲ ਚਿੱਤ ਜੁੜਿਆ ਹੋਇਆ। ਕਹਿੰਦੇ ਜਿਹਨੂੰ ਤੇਰੀ ਪਿਆਸ ਲੱਗ ਗਈ, ਤਿਨ ਕੋ ਅੰਤਰ ਨਾਹੀ। ਫਿਰ ਮੇਰੇ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਫਿਰ ਤੇਰਾ ਅੰਤਰ ਨਹੀਂ, ਫਰਕ ਨਹੀਂ, ਫਿਰ ਤੇਰਾ ਤੇ ਉਹਨਾਂ ਦਾ ਪੜਦਾ ਵੀ ਨਹੀਂ ਰਹਿੰਦਾ। ਫਿਰ ਜਿਨ੍ਹਾਂ ਨੂੰ ਪਿਆਸ ਲੱਗ ਜਾਏ ਉਹਨਾਂ ਦੇ ਲਈ ਤੂੰ ਸਭ ਪੜਦੇ ਚੁੱਕ ਦਿੰਦਾ ਹੈ। ਇਹ ਵੀ ਨਾਲੇ ਗੱਲ ਹੈ।
ਪਿਆਸ ਔਖੀ ਹੈ, ਪਰ ਜਿਹਨੂੰ ਵੀ ਲੱਗੀ, ਅੱਜ ਤੱਕ ਦਾ ਇਤਿਹਾਸ ਹੈ, ਜਿਹਨੂੰ ਵੀ ਪ੍ਰਭ ਮਿਲਵੇ ਕੀ ਪਿਆਸ ਮਨ ਲਾਗੀ, ਜਿਹਨੂੰ ਵੀ ਲੱਗੀ ਉਹ ਅੰਤ ਪਰਮਾਤਮਾ 'ਚ ਅਭੇਦ ਹੋ ਗਿਆ। ਅਤੇ ਉਹਨਾਂ ਦਾ ਫਿਰ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਬਣ ਗਏ ਹਨ। ਫਰਕ ਨਹੀਂ ਰਹਿੰਦਾ। ਜਿਨ੍ਹਾਂ ਨੇ ਪਹਿਚਾਣ ਲਿਆ ਕਿਹੋ ਜਿਹੇ ਹੁੰਦੇ, ਜਿਨੀ ਪਛਾਤਾ ਸੱਚ ਸੇ ਕਿਨੇ ਆ, ਕਿੱਦਾਂ ਦੇ ਆ ਉਹ? ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਉਹਨਾਂ 'ਚ ਭੇਦ ਨਹੀਂ ਰਹਿੰਦਾ। ਫਿਰ ਉਹਨਾਂ ਦਾ ਅੰਤਰ, ਉਹਨਾਂ ਦਾ ਪਰਦਾ ਚੁੱਕ ਦਿੰਦਾ, ਉਹਨਾਂ ਨੂੰ ਆਪਣੇ ਘਰ 'ਚ ਬੁਲਾ ਲੈਂਦਾ, ਆਪਣੇ ਵਰਗੇ ਹੀ ਹੁੰਦੇ ਆ ਉਹਦੇ। ਗੁਰਮੁਖ ਅਤੇ ਰੱਬ ਦੇ ਪਿਆਰੇ ਉਹਦੇ ਵਰਗੇ ਹੀ ਹੁੰਦੇ ਆ। ਫਿਰ ਉਹ ਤਿੰਨਾਂ ਗੁਣਾਂ ਦੀ ਇਹ ਦੁਨੀਆ ਤੋਂ ਪਾਰ ਹੁੰਦੇ, ਤਿੰਨਾਂ ਗੁਣਾਂ ਦੀ ਕੰਧ ਟੱਪ ਕੇ ਚੌਥੇ ਪਦ 'ਚ ਪਹੁੰਚ ਜਾਂਦੇ ਹਨ। ਉੱਥੇ ਜਾ ਕੇ ਫਿਰ ਪਰਮਾਤਮਾ ਦਾ ਹੀ ਰੂਪ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰ ਨਾਹੀ। ਉਹਨਾਂ ਨੂੰ ਕੋਈ ਪੜਦਾ ਨਹੀਂ, ਫਰਕ ਨਹੀਂ, ਕੋਈ ਭੇਦ ਨਹੀਂ। ਭੇਦ ਵਿਭੇਦ ਨਾ ਜਾਣ ਬੀਓ। ਫਿਰ ਭੇਦ ਵਿਭੇਦ ਵਿਸ਼ੇਸ਼ ਭੇਦ ਕੋਈ ਨਹੀਂ ਰਹਿੰਦਾ। ਬੀਓ ਕਹਿੰਦੇ ਦੂਜੇ ਨੂੰ, ਦੂਸਰੇ ਬੰਦਾ। ਦਸਮੇਸ਼ ਪਿਤਾ ਮਹਾਰਾਜ ਕਹਿੰਦੇ ਨੇ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਫਿਰ ਉਹਦੇ ਵਰਗੇ ਹੀ ਹੋ ਜਾਂਦੇ ਆ। ਫਰਕ ਥੋੜ੍ਹਾ ਹੁੰਦਾ, ਬਿਲਕੁਲ ਉਹਦਾ ਹੀ ਰੂਪ। ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਜਿਨ੍ਹਾਂ ਨੂੰ ਤੁਹਾਡੀ ਪਿਆਸ ਹੈ। ਇੱਕ ਸਿੱਖ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਗੱਲ ਹੈ। ਉਹ ਗੁਰੂ ਘਰ ਆਇਆ ਹੈ ਸੀ, ਥੋੜ੍ਹਾ ਜਿਹਾ ਮਨਮੁਖ ਲੋਕਾਂ ਦੀ ਸੰਗਤ ਵਿੱਚ ਜ਼ਿਆਦਾ ਸਮਾਂ ਬਤੀਤ ਕੀਤਾ ਹੁੰਦਾ। ਜਦੋਂ ਕਿਤੇ ਮਨਮੁਖਾਂ ਦੀ ਸੰਗਤ ਵਿੱਚ ਬਹੁਤਾ ਸਮਾਂ ਬਤੀਤ ਕੀਤਾ ਹੋਵੇ ਤਾਂ ਸਾਧ ਸੰਗਤ ਜੀ, ਉਹ ਜਿਹੜੀ ਜੂਠ ਜੀ ਲੱਗੀ ਹੁੰਦੀ ਨਾ, ਉਹ ਫਿਰ ਕਾਫੀ ਸਮਾਂ ਲੈ ਜਾਂਦੀ। ਉਤਰਦਿਆਂ ਜੂਠ ਕਾਫੀ ਸਮਾਂ ਲੱਗ ਜਾਂਦਾ, ਛੇਤੀ ਨਹੀਂ ਉਤਰਦੀ। ਬਾਬਾ ਕਬੀਰ ਜੀ ਨੇ ਉਦਾਹਰਨ ਦਿੱਤੀ ਹੈ। ਬਾਬਾ ਕਬੀਰ ਜੀ ਕਹਿੰਦੇ, ਬਾਸਨ ਕਾਰੋ ਪਰਸੀਆ ਤਉ ਕਛ ਲਾਗੈ ਦਾਗ। ਚਿੱਟੇ ਕੱਪੜੇ ਨਾਲ ਕਾਲਾ ਭਾਂਡਾ ਲੱਗ ਜਾਏ ਤਾਂ ਮਾੜਾ ਮੋਟਾ ਦਾਗ ਜਿਹਾ ਲਾਏ ਜਾਂਦਾ ਹੈ, ਚਿੱਟਾ ਰਹੇ ਤਾਂ ਰਹੇ। ਇੱਦਾਂ ਹੀ ਉਹ ਮਨਮੁਖਾਂ ਦੀ ਸੰਗਤ ਕਿਤੇ ਕੀਤੀ ਹੋਈ ਸੀ। ਉਹ ਆਇਆ ਕਰੇ ਅਤੇ ਲੰਗਰ ਵਿੱਚ ਪ੍ਰਸ਼ਾਦੇ ਵਗੈਰਾ ਤਾਂ ਛਕਦਾ ਹੀ ਸੀ ਵੱਧ। ਜਦੋਂ ਕਈ ਦਿਨ ਲੰਘ ਗਏ ਅਤੇ ਬਾਬਾ ਬੁੱਢਾ ਜੀ ਉਹਨੂੰ ਕੰਮ ਕਿਹਾ ਕਰਨ, ਵੀ ਕੰਮ ਕਰ, ਸੇਵਾ ਕਰ ਲਿਆ ਕਰ ਭਾਈ ਗੁਰਮੁਖਾ। ਕਹਿੰਦਾ, ਜੀ ਮੈਂ ਤਾਂ ਤੁਹਾਡੀ ਗੱਲ ਨਹੀਂ ਮੰਨਦਾ, ਮੈਂ ਤਾਂ ਗੁਰੂ ਦੀ ਗੱਲ ਮੰਨੂੰਗਾ। ਜੇ ਗੁਰੂ ਸਾਹਿਬ ਆਪ ਕਹਿਣ, ਤੁਸੀਂ ਕੌਣ ਮੈਨੂੰ ਕਹਿਣ ਵਾਲੇ? ਇੱਕ ਦਿਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪ ਉਹਨੂੰ ਸੱਦਿਆ। ਕਹਿੰਦੇ, ਭਾਈ ਗੁਰਮੁਖਾ ਤੂੰ ਕੋਈ ਸੇਵਾ ਵੀ ਕਰਿਆ ਕਰ। ਕਹਿੰਦਾ, ਜੀ ਤੁਸੀਂ ਤਾਂ ਕਦੇ ਕਿਹਾ ਹੀ ਨਹੀਂ ਮੈਨੂੰ। ਹੁਣ ਇਹ ਸਾਖੀ ਤਾਂ ਬਹੁਤ ਲੰਮੀ ਹੈ, ਪਰ ਇਹਦੇ ਵਿੱਚੋਂ ਤੱਤ ਸਾਰ ਜਿਹੜਾ ਆਪਾਂ ਲੈਣਾ, ਗੁਰੂ ਅਮਰਦਾਸ ਜੀ ਨੇ ਜਿਹੜੀ ਗੱਲ ਆਖੀ, ਕਹਿੰਦੇ ਮੈਂ ਤਾਂ ਤੈਨੂੰ ਕਈ ਵਾਰੀ ਆਖਿਆ। ਕਹਿੰਦਾ, ਜੀ ਕਦੋਂ ਕਿਹਾ ਤੁਸੀਂ? ਗੁਰੂ ਅਮਰਦਾਸ ਜੀ ਕਹਿੰਦੇ, ਬਾਬਾ ਬੁੱਢਾ ਜੀ ਦੇ ਵਿੱਚ ਦੀ ਮੈਂ ਹੀ ਤਾਂ ਕਿਹਾ। ਬਾਬਾ ਬੁੱਢਾ ਜੀ ਅਤੇ ਮੇਰੇ 'ਚ ਫਰਕ ਕੀ ਹੈ? ਜੋ ਬਾਬਾ ਬੁੱਢਾ ਜੀ ਦੇ ਬੋਲੇ ਉਹ ਮੇਰੇ ਹੀ ਬੋਲ ਤਾਂ ਹਨ, ਸਰੀਰਾਂ ਦਾ ਹੀ ਫਰਕ ਹੈ। ਦੇਖੋ ਕਿੱਡੀਆਂ ਵੱਡੀਆਂ ਇਹ ਗੱਲਾਂ ਨੇ। ਪੰਜ ਪਿਆਰੇ ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਹੀ ਰੂਪ ਬਣਾਏ। ਬੜੀਆਂ ਬਖਸ਼ਿਸ਼ਾਂ ਸਿੰਘਾਂ 'ਤੇ ਹੋਈਆਂ ਅਤੇ ਬਚਨ ਕੀਤੇ, ਤੇਰਾ ਘਰ ਮੇਰਾ ਘਰ ਹੈ, ਕੋਈ ਫਰਕ ਨਹੀਂ। ਤਾਂ ਇਹ ਬਖਸ਼ਿਸ਼ਾਂ ਹਨ। ਜਿਨ੍ਹਾਂ ਨੂੰ ਉਹਦੇ ਪ੍ਰੇਮ ਦੀ ਪਿਆਸ ਹੁੰਦੀ ਹੈ, ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਫਿਰ ਕੋਈ ਅੰਤਰ ਪੜਦਾ, ਫਰਕ ਫੁਰਕ ਭੇਦ ਨਹੀਂ ਰਹਿੰਦਾ। ਫਿਰ ਉਹਦੇ ਘਰ ਦਾ, ਤੇਰੇ ਘਰ ਦਾ, ਮੇਰੇ ਘਰ ਦਾ ਫਰਕ ਨਹੀਂ ਰਹਿੰਦਾ, ਉਹਦਾ ਹੀ ਹੋ ਜਾਂਦਾ ਸਭ। ਜਿਸ ਵੇਲੇ ਭੀਖਮ ਸ਼ਾਹ ਫਕੀਰ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੂਜੀ ਵਾਰ ਮਿਲਿਆ। ਪਹਿਲੀ ਵਾਰ ਤਾਂ ਪਟਨਾ ਸਾਹਿਬ ਮਿਲਿਆ ਸੀ, ਦਰਸ਼ਨ ਕੀਤੇ ਸਨ। ਦੂਜੀ ਵਾਰ ਮਿਲੀ ਦਾ ਤਾਂ ਖੈਰ ਬਰਾਬਰ ਦਿਆਂ ਨੂੰ ਹੁੰਦਾ ਹੈ। ਵੱਡਿਆਂ ਦੇ ਦਰਸ਼ਨ ਕਰੀਦੇ ਹੁੰਦੇ ਆ, ਬਜ਼ੁਰਗਾਂ ਦੇ। ਅਵਸਥਾ ਵਿੱਚ ਵੱਡਾ ਹੋਵੇ, ਉਮਰ ਵਿੱਚ ਵੱਡਾ ਹੋਵੇ, ਕਈ ਚੀਜ਼ਾਂ ਨਾਲ ਬਜ਼ੁਰਗੀ ਹੁੰਦੀ ਹੈ। ਰਹੋ ਵਿਚਾਰ। ਦੂਜੀ ਵਾਰ ਜਦੋਂ ਗੁਰੂ ਜੀ ਦੇ ਉਹਨੇ ਦਰਸ਼ਨ ਕੀਤੇ, ਉਹਦੇ ਨਾਲ ਇੱਕ ਹੋਰ ਫਕੀਰ ਸੀ।
ਉਹ ਫਕੀਰ ਨੇ ਕੀ ਦੇਖਿਆ ਕਿ ਜਦੋਂ ਭੀਖਮ ਸ਼ਾਹ ਫਕੀਰ ਗੁਰੂ ਕਲਗੀਧਰ ਮਹਾਰਾਜ ਨੂੰ ਮਿਲਦਾ, ਲਖਨੌਰ ਮਿਲਿਆ ਸੀ, ਅੰਬਾਲੇ ਦੇ ਲਾਗੇ ਹੈ, ਜਿੱਥੇ ਮਾਤਾ ਗੁਜਰੀ ਜੀ ਦੇ ਪੇਕੇ ਪਿੰਡ ਸਨ। ਇੱਕ ਦੋ ਘਰ ਸਨ, ਇੱਕ ਕਰਤਾਰਪੁਰ, ਇੱਕ ਲਖਨੌਰ। ਹੁਣ ਵੀ ਅੱਜ ਕੱਲ੍ਹ ਵੀ ਕਈ ਪਰਿਵਾਰਾਂ ਦੇ ਦੋ ਦੋ ਤਿੰਨ ਤਿੰਨ ਘਰ ਵੀ ਹੁੰਦੇ ਆ, ਵੱਖੋ ਵੱਖਰੇ। ਦੋ ਭਰਾ ਹੁੰਦੇ ਆ, ਕੋਈ ਕਿਤੇ ਰਹਿੰਦਾ, ਕੋਈ ਕਿਤੇ ਰਹਿੰਦਾ। ਇਹ ਵੀ ਇੱਕ ਵੱਖਰੀ ਗੱਲ ਹੈ। ਉੱਥੇ ਜਦੋਂ ਗੁਰੂ ਜੀ ਮਿਲੇ, ਉੱਥੇ ਫਿਰ ਇਹਨੇ ਦਰਸ਼ਨ ਕੀਤੇ ਬੜੇ। ਇਹਨੇ ਮਹਾਰਾਜ ਸੱਚੇ ਪਾਤਸ਼ਾਹ 'ਤੇ ਬਹੁਤ ਸਤਿਕਾਰ ਕੀਤਾ। ਅਤੇ ਜਿਹੜਾ ਇਹਨਾਂ ਦੇ ਨਾਲ ਭੀਖਮ ਸ਼ਾਹ ਦੇ ਨਾਲ ਫਕੀਰ ਸੀ, ਆਰਿਫਦੀਨ ਸੀ ਉਹਦਾ ਨਾਂ, ਉਹਨੇ ਸਵਾਲ ਕੀਤਾ। ਆਰਿਫਦੀਨ ਨੇ ਕਹਿੰਦਾ ਜੀ ਇਹ ਕੀ ਕੀਤਾ ਤੁਸੀਂ? ਇਹਨਾਂ ਦੀ ਉਮਰ ਛੋਟੀ ਜਿਹੀ ਹੈ, ਤੁਸੀਂ ਇਹਨਾਂ ਦੇ ਚਰਨਾਂ ਨੂੰ ਹੱਥ ਲਾਏ, ਇਹਨਾਂ ਦੇ ਜਿੱਥੇ ਖੜ੍ਹੇ ਸੀ ਉਹਨਾਂ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਈ। ਜਿੰਨਾ ਚਿਰ ਉਹ ਦਿਖਦੇ ਰਹੇ ਤੁਸੀਂ ਪੁੱਠੇ ਪੈਰੀ ਆਏ ਅਤੇ ਪਾਲਕੀ 'ਚ ਨਹੀਂ ਬੈਠੇ। ਕੀ ਗੱਲ, ਉਹ ਕੌਣ ਹੈ? ਇੱਕ ਬਾਲਕ ਨੂੰ ਇੰਨਾ ਮਾਨ ਸਨਮਾਨ ਦੇਣਾ ਦੀਨੇ ਇਸਲਾਮ ਦੇ ਵਿੱਚ ਇਹ ਸ਼ਰ੍ਹਾ ਦੇ ਅਨੁਸਾਰ ਨਹੀਂ ਹੈ ਗੱਲ। ਇੱਕ ਇਨਸਾਨ ਨੂੰ ਇੰਨਾ ਮਾਣ ਦੇਣਾ। ਉਦੋਂ ਫਿਰ ਭੀਖਮ ਸ਼ਾਹ ਨੇ ਇਹ ਗੱਲ ਆਖੀ ਸੀ, ਇਹ ਤੇਰੀ ਨਜ਼ਰ ਹੈ, ਤੈਨੂੰ ਇਨਸਾਨ ਦਿਸਦੇ ਆ, ਪਰ ਜਦੋਂ ਮੈਂ ਦਰਗਾਹ 'ਚ ਜਾਂਦਾ ਜਿੱਥੇ ਸਭ ਰੱਬ ਦੇ ਪਿਆਰੇ ਖੜ੍ਹਦੇ ਆ, ਟਿਕਦੇ ਆ, ਦਰਵਾਜ਼ਾ ਖਿਲਾਉਂਦੇ ਆ, ਹੱਥ ਜੋੜਦੇ ਆ, ਬੂਹੇ ਖੁੱਲ੍ਹਦੇ ਆ, ਅਤੇ ਅੰਦਰੋਂ ਜਿਸ ਤਖ਼ਤ 'ਤੇ ਬੈਠੀ ਜਿਸ ਤਾਕਤ ਦੇ ਦਰਸ਼ਨ ਹੁੰਦੇ ਨੇ, ਉਹ ਹੈ ਇਹ, ਜਿਹਦੇ ਅੱਗੇ ਅਸੀਂ ਸਵੇਰ ਤੋਂ ਸ਼ਾਮ ਤੱਕ ਬੇਨਤੀਆਂ ਕਰਦੇ ਹਾਂ। ਇਹ ਉਹ ਹਸਤੀ ਹੈ, ਉਹ ਤਾਕਤ ਹੈ। ਅਤੇ ਦੇਖੋ, ਜੇ ਗੁਰੂ ਕਲਗੀਧਰ ਮਹਾਰਾਜ ਆਪ ਐਡੀ ਵੱਡੀ ਤਾਕਤ ਦੇ ਮਾਲਕ ਹੈ, ਅਤੇ ਜਿਹੜਿਆਂ ਨੂੰ ਉਹਨਾਂ ਨੇ ਆਪ ਆਪਣੇ ਹਿਰਦੇ ਨਾਲ ਲਾ ਕੇ ਆਪਣਾ ਰੂਪ ਬਣਾਇਆ, ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹਨ। ਫਿਰ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਕਹਿੰਦੇ ਤਿੰਨ ਕਉ ਅੰਤਰ ਨਾਹੀ, ਉਹਨਾਂ ਦਾ ਭੇਦ ਨਹੀਂ, ਕੋਈ ਫਰਕ ਨਹੀਂ ਹੁੰਦਾ। ਜਿਨ ਕਉ ਬਿਸਰੈ ਮੇਰੋ ਰਾਮ ਪਿਆਰਾ, ਸੇ ਮੂਏ ਮਰ ਜਾਹੀ। 1269 ਅੰਗ 'ਤੇ ਚਲੀ ਗਈ ਅਗਲੀ ਪੰਕਤੀ। ਕੀ ਕਹਿੰਦੇ? ਜਿਨ ਕਉ ਬਿਸਰੈ ਮੇਰੋ ਰਾਮ ਪਿਆਰਾ, ਜਿਨ੍ਹਾਂ ਨੂੰ ਮੇਰਾ ਪਿਆਰਾ ਵਾਹਿਗੁਰੂ ਭੁੱਲੇ ਗਿਆ, ਜਿਹੜੇ ਰੱਬ ਨੂੰ ਇਹ ਭੁੱਲ ਬੈਠੇ, ਵਿਸਰ ਬੈਠੇ, ਜਿਹੜੇ ਮੰਨਣੋਂ ਹੀ ਹਟ ਗਏ ਵੀ ਰੱਬ ਹੁੰਦਾ, ਰੱਬ ਕੋਈ ਹਸਤੀ ਹੈ, ਤਾਕਤ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਨ ਕੋ ਵਿਸਰੈ ਮੇਰੋ ਰਾਮ ਪਿਆਰਾ, ਮੇਰਾ ਤੇ ਬੜਾ ਪਿਆਰਾ ਪਰਮਾਤਮਾ ਵਾਹਿਗੁਰੂ ਹੈ, ਜਿਹਨੂੰ ਭੁੱਲ ਜਾਏ, ਸੇ ਮੂਏ ਮਰ ਜਾਹੀ। ਮਹਾਰਾਜ ਕਹਿੰਦੇ ਉਹ ਮਰੇ ਹੋਏ ਆ, ਮਰ ਗਏ। ਅਸਲ ਮੌਤ ਇਕੱਲੀ ਸਰੀਰ ਦੀ ਮੌਤ ਨਹੀਂ, ਮਨ ਕਰਕੇ ਵੀ ਜੀਵ ਮਰ ਜਾਂਦਾ ਹੈ, ਆਤਮਿਕ ਤੌਰ 'ਤੇ ਵੀ ਜੀਵ ਮਰ ਜਾਂਦਾ ਹੈ, ਆਰਥਿਕ ਤੌਰ ਤੋਂ ਵੀ ਜੀਵ ਮਰ ਜਾਂਦਾ ਹੈ, ਸਮਾਜਿਕ ਤੌਰ 'ਤੇ ਵੀ ਜੀਵ ਦੀ ਮੌਤ ਹੈ, ਰਾਜਨੀਤਿਕ ਪੱਖ ਤੋਂ ਵੀ ਮੌਤ ਹੈ। ਮੌਤ ਕਿਤੇ ਇੱਕ ਤਰ੍ਹਾਂ ਦੀ ਹੈ। ਮਹਾਰਾਜ ਕਹਿੰਦੇ ਅਸਲ ਉਹ ਜੀਵ ਸੇ ਮੂਏ ਮਰ ਜਾਹੀ, ਉਹ ਜੀਵ ਮਰ ਗਏ ਅਤੇ ਇੱਥੋਂ ਮਰੇ ਹੀ ਚਲੇ ਜਾਣਗੇ। ਉਹ ਤੁਰੇ ਫਿਰਦੇ ਜ਼ਰੂਰ ਹੈ, ਤੁਰਦੇ ਜ਼ਰੂਰ ਹੈ, ਪਰ ਮੁਰਦੇ ਤੁਰੇ ਫਿਰਦੇ ਹੈ। ਉਹ ਬੋਲਦੇ ਜ਼ਰੂਰ ਹੈ, ਉਹ ਮੁਰਦੇ ਬੋਲਦੇ ਹੈ। ਉਹ ਖਾਂਦੇ ਪੀਂਦੇ ਜ਼ਰੂਰ ਹੈ, ਪਰ ਮੁਰਦੇ ਖਾਂਦੇ ਹੈ। ਉਹ ਕਿਰਿਆ ਕੋਈ ਕਰ ਰਿਹਾ, ਪਰ ਮੁਰਦੇ ਲੋਕਾਂ ਦੀ ਕਿਰਿਆ ਹੈ। ਮੁਰਦੇ ਜਿਸ ਚੀਜ਼ ਨੂੰ ਛੂਹ ਲੈਂਦੇ, ਉਹ ਚੀਜ਼ ਵੀ ਮੁਰਦਾ ਕਰ ਦਿੰਦੇ ਆ, ਜਿੱਥੇ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕੌਣ ਨੇ ਇਹ ਮੁਰੇ ਹੈ? ਜਿਨ ਕੋ ਬਿਸਰੈ ਮੇਰੋ ਰਾਮ ਪਿਆਰਾ, ਜਿਨ੍ਹਾਂ ਨੂੰ ਰੱਬ ਪਿਆਰਾ ਭੁੱਲ ਗਿਆ ਹੈ। ਸਿਮਰਨ ਤੋਂ ਜਿਹੜੇ ਮੁਨਕਰੇ ਹੋ ਗਏ, ਜਿਹੜੇ ਇਹ ਭੁੱਲ ਬੈਠੇ ਵੀ ਸਿਮਰਨ ਦੀ ਕੋਈ ਜ਼ਰੂਰਤ ਹੀ ਨਹੀਂ। ਮਹਾਰਾਜ ਕਹਿੰਦੇ ਮਰੇ ਨੇ ਅਤੇ ਮਰ ਜਾਹੀ, ਮਰੇ ਹੋਏ ਇੱਥੋਂ ਚਲੇ ਜਾਣਗੇ। ਮਨ ਤਨ ਰਵ ਰਹਿਆ ਜਗਦੀਸ਼ੁਰ, ਪੇਖਤ ਸਦਾ ਹਜੂਰੇ। ਦੂਜੇ ਪਾਸੇ ਗੁਰਮੁਖਾਂ ਦੇ ਲਈ, ਉਹਨਾਂ ਦੇ ਲਈ ਮਨ ਤਨ ਰਵ ਰਹਿਆ ਜਗਦੀਸ਼ੁਰ, ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਸਰੀਰ ਵਿੱਚ, ਉਹ ਤਾਂ ਜਾਣਦੇ ਵੀ ਜਰਰੇ ਜਰਰੇ ਵਿੱਚ ਪ੍ਰਮਾਤਮਾ ਵਸਿਆ ਹੋਇਆ, ਸਾਡੇ ਤਨ ਵਿੱਚ ਵੀ। ਉਹਦੀ ਤਾਕਤ ਨਾਲ ਹੀ ਮੈਂ ਚੱਲ ਰਿਹਾ। ਜਿੱਦਣ ਉਹਨੇ ਤਾਕਤ ਖਿੱਚ ਲਈ, ਜਿਵੇਂ ਮਾਲਾ 'ਚੋਂ ਧਾਗਾ ਖਿੱਚ ਲਓ, ਮਣਕੇ ਜੇ ਖਿੱਲਰ ਜਾਂਦੇ ਨਾ ਜੀ, ਇੱਦਾਂ ਹੀ ਜਿੱਦਣ ਉਸ ਵਾਹਿਗੁਰੂ ਨੇ ਆਪਣੀ ਜੋਤ ਖਿੱਚ ਲਈ,
ਉਦਣ ਹਾਕਾ ਮਾਰਨਗੇ ਨਿਆਣੇ, ਬਾਪੂ ਬਾਪੂ ਕਹਿਣਗੇ, ਇੱਕ ਵਾਰ ਅੱਖ ਵੀ ਨਹੀਂ ਖੋਲ੍ਹੇਗਾ। ਧੀ ਰਹੂਗੀ ਜਿਹਦੀ ਥੋੜ੍ਹੀ ਜਿਹੀ ਵੀ ਹਿਜਕੀ ਨਹੀਂ ਸੁਣ ਸਕਦਾ, ਉਹ ਧੀ ਹੌਂਕੇ ਭਰੂਗੀ, ਪਰ ਸਿਰ 'ਤੇ ਹੱਥ ਰੱਖ ਕੇ ਕਹਿਣ ਜੋਗਾ ਨਹੀਂ, ਕਿਉਂ ਰੋਂਦੀ ਧੀਏ, ਪੁੱਤ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਜਿਹਦੇ ਨਾਲ ਹਮੇਸ਼ਾ ਇੱਦਾਂ ਖੜ ਖੜ ਗੱਲਾਂ ਕਰਦਾ, ਉਹਨੂੰ ਇੱਕ ਵਾਰ ਇਹ ਵੀ ਨਹੀਂ ਕਹਿ ਹੋਣਾ ਵੀ ਕੋਈ ਨਾ ਮੈਂ ਕੋਲ ਹਾਂ। ਇਹ ਉਹਦੀ ਉਹ ਤਾਕਤ ਹੈ, ਉਹਦੀ ਤਾਕਤ ਨਾਲ ਤੁਰੇ ਫਿਰਦੇ ਹਾਂ। ਜਿੱਦਣ ਉਹਨੇ ਖਿੱਚ ਲਈ, ਉਦਣ ਖਿੱਲਰ ਜਾਣੇ ਮਨ ਕੇ ਸਾਰੇ, ਵੱਖੋ ਵੱਖਰੇ ਹੋ ਜਾਣੇ। ਮਨ ਵਿੱਚ ਵੀ ਜਿੰਨੇ ਫੁਰਨੇ ਹੈ, ਸਮਝ ਹੈ, ਸੂਝ ਬੂਝ ਹੈ, ਉਹਦੀ ਸਮਰੱਥਾ ਕਰਕੇ ਹੈ। ਮਨ ਤਨ ਰਵ ਰਹਿਆ ਜਗਦੀਸ਼ਵਰ, ਹਮੇਸ਼ਾ ਹੀ ਵਸਿਆ ਹੋਇਆ ਜਗਤ ਦਾ ਮਾਲਕ। ਪੇਖਤ ਸਦਾ ਹਜੂਰੇ, ਗੁਰਮੁਖ ਨੇ ਜਿਹੜੇ ਉਹਨੂੰ ਹਮੇਸ਼ਾ ਹਜੂਰੀ 'ਚ ਰਹਿ ਕੇ ਹਜੂਰ ਦੇਖਦੇ ਆ ਵੀ ਹਾਂ ਹੈ। ਮਨਮੁਖ ਹੈ ਜਿਹੜਾ ਉਹ ਦੇਖਦਾ ਨਹੀਂ, ਉਹ ਦੁਹਾਗਣ ਔਰਤ ਦੀ ਤਰ੍ਹਾਂ, ਛੁੱਟੜ ਦੀ ਤਰ੍ਹਾਂ। ਉਹਦੇ ਨਾਲ ਵੀ ਪਤੀ ਹੋਵੇ, ਉਹ ਕਹਿੰਦੀ ਮੈਂ ਡਰਦੀ ਹਾਂ ਕਿਤੇ ਤੂੰ, ਮੈਨੂੰ ਕੋਈ ਡਰ ਹੈ, ਇਹ ਕੌਣ ਹੈ, ਮੈਨੂੰ ਨਹੀਂ ਕੋਈ ਫਿਕਰ, ਇਹਦੀ ਪਰਵਾਹ। ਅਤੇ ਜਿਹੜੀ ਸਿਆਣੀ ਹੈ, ਸੁਹਾਗਵੰਤੀ ਆ, ਦੂਰ ਵੀ ਹੋਵੇ ਫਿਰ ਵੀ ਕਹਿੰਦੀ ਫਿਰ ਕੀ ਹੈ, ਕੋਈ ਗੱਲ ਨਹੀਂ, ਹੈ ਤਾਂ ਹੈ। ਇਹ ਗੁਰਮੁਖ ਦੀ ਔਰ ਮਨਮੁਖ ਦੀ ਐਸੀ ਦਸ਼ਾ ਹੈ। ਗੁਰਮੁਖ ਹਮੇਸ਼ਾ ਹਜ਼ੂਰ, ਸਦਾ ਹਜ਼ੂਰ, ਹਾਜ਼ਰ ਹੈ ਨਾਜ਼ਰ, ਦੂਰ ਕਤ ਹੋ ਨਾ ਜਾਈ। ਔਰ ਮਹਾਰਾਜ ਕਹਿੰਦੇ ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਤੇ ਆਈ, ਹਮੇਸ਼ਾ ਹੀ ਨਾਲ ਹੈ। ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਿਰ ਜ਼ਹੂਰ ਹੈ। ਨਾਨਕ ਰਵ ਰਹਿਓ ਸਭ ਅੰਤਰ, ਸਰਬ ਰਹਿਆ ਭਰਪੂਰੇ। ਗੁਰੂ ਜੀ ਕਹਿੰਦੇ ਸਾਰਿਆਂ ਵਿੱਚ ਹੈ, ਹਮੇਸ਼ਾ ਹੀ ਪਰਿਪੂਰਨ ਵਾਹਿਗੁਰੂ ਹਰ ਜਗ੍ਹਾ ਹੈ। ਗੁਰਮੁਖ ਹਰ ਜਗ੍ਹਾ ਦੇਖ ਲੈਂਦੇ ਆ, ਪ੍ਰਗਟ ਕਰ ਲੈਂਦੇ ਆ, ਉਂਝ ਪ੍ਰਗਟ ਨਹੀਂ ਹੁੰਦਾ। ਹਰੇਕ ਲੱਕੜ 'ਚ ਅੱਗ ਹੁੰਦੀ ਹੈ, ਪਰ ਪ੍ਰਗਟ ਕਰਨੀ ਪੈਂਦੀ ਹੈ। ਠੰਡ 'ਚ ਦਰਵਾਜ਼ਿਆਂ ਅੱਗੇ ਥੋੜ੍ਹਾ ਹੱਥ ਲਾ ਕੇ ਖੜ੍ਹ ਜਾਈਦੇ ਵੀ ਸੇਕ ਨਿਕਲਦਾ, ਇਹ 'ਚ ਅੱਗ ਹੈ, ਅੱਗ ਪ੍ਰਗਟ ਕਰਨੀ ਪੈਂਦੀ। ਦੁੱਧ ਦੇ ਵਿੱਚ ਕੀ ਹੁੰਦਾ, ਪਰ ਕਿਸੇ ਦੁੱਧ ਤੋਂ ਚਮਚ ਥੋੜ੍ਹਾ ਭਰਿਆ ਜਾਂਦਾ ਵੀ ਲੈ ਆ ਦੁੱਧ ਤੋਂ ਥੋੜ੍ਹਾ ਜਿਹਾ 2 ਕੜਛੀਆਂ ਭਰ ਕੇ ਤੜਕਾ ਲਾ ਲਈਏ, ਘਿਓ ਹੈ, ਉਹਨੂੰ ਰਿੜਕਣਾ ਪੈਂਦਾ ਹੈ, ਪ੍ਰਗਟ ਕਰਨਾ ਪੈਂਦਾ। ਹਰੇਕ ਦੁੱਧ ਦੇ ਵਿੱਚ ਘੀ ਹੁੰਦਾ ਹੈ, ਪਰ ਪ੍ਰਗਟ ਕਰਨਾ ਪੈਂਦਾ। ਪਾਣੀ ਧਰਤੀ 'ਚ ਲਗਭਗ ਆਪਣੇ ਇੱਥੇ ਸਾਰੇ ਕਿਤੇ ਹੀ ਹੈ ਇੱਥੇ, ਪਰ ਜੇ ਤੁਹਾਨੂੰ ਪਿਆਸ ਲੱਗੂ ਇੱਥੇ ਥੋੜ੍ਹਾ ਪਾਣੀ ਹੈ, ਤਾਂ ਟੂਟੀ ਕੋਲ ਜਾਣਾ ਪਏਗਾ ਕਿਤੇ, ਜਿੱਥੇ ਸੋਮਾ ਹੋਏਗਾ। ਇਸ ਤਰੀਕੇ ਹੈ ਹਰ ਜਗ੍ਹਾ, ਪਰ ਗੁਰਮੁਖ ਪ੍ਰਗਟ ਕਰ ਲੈਂਦੇ। ਜਿਹੜੇ ਕਰਦੇ ਉਹਨਾਂ ਦੇ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਜੀ।